ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਹਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਲਕ ਇਹੋ ਜਗ ਪਵੀਤਾ। ਵੇਦ ਪੰਥ ਮਹਿ ਗਿਨਿਓ ਪਨੀਤਾ। ਪਰੰਪਰਾ ਪਾਵਨ ਬਰ ਧਰਮਾ। ਨਿਜ ਬਾਹਜ ਕੋ ਰਾਖਤ ਧਰਮਾ। ਭੋ ਬਾਲਕ ਇਹੋ ਜਗਿਓ ਪਵੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਭਗਤ ਵਛਲ ਪੂਰਨ ਅਵਤਾਰ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਸਜੇ ਹੈ। ਗੁਰੂ ਜੀ ਕੀ ਧੁਰ ਕੀ ਬਾਣੀ ਦੇ ਪਾਠ ਹੋਏ ਹੈ, ਅਰਦਾਸ ਹੋਈ। ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਪਾਵਨ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ।
ਜਿਵੇਂ ਕਿ ਆਪ ਸੰਗਤਾਂ ਭਲੀ ਪ੍ਰਕਾਰ ਜਾਣੂ ਹੋ ਕਿ ਜੋ ਮਹਾਮਾਰੀ ਫੈਲੀ ਹੋਈ ਹੈ, ਜਿਸ ਨੂੰ ਕਰੋਨਾ ਵਾਇਰਸ ਕਿਹਾ ਜਾਂਦਾ ਹੈ, ਉਸ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਇੱਕ ਹਦਾਇਤ ਦਿੱਤੀ ਹੋਈ ਹੈ ਕਿ ਇੱਕ ਥਾਂ ਜਿਹੜਾ ਇਕੱਠ ਨਹੀਂ ਕਰਨਾ ਹੈ। ਮਨੁੱਖ ਨੇ ਮਨੁੱਖ ਤੋਂ ਗੱਲ ਕਰਨੀ ਤੇ 1 ਮੀਟਰ ਦੀ ਦੂਰੀ 'ਤੇ ਛੂਤ ਛਾਤ ਨਹੀਂ ਕਰਨਾ ਹੈ। ਬਾਕੀ ਗੁਰੂ ਦਰਬਾਰ ਗੁਰੂ ਸੰਗਤ 'ਚ ਆਉਣਾ ਹੈ ਅਤੇ ਉਹ 1 ਮੀਟਰ ਦੀ ਦੂਰੀ 'ਚ ਸੰਗਤ ਬੈਠੇ, ਦਰਬਾਰ ਵਿੱਚ ਬਹੁਤਾ ਇਕੱਠ ਨਹੀਂ ਹੋਣ ਦੇਣਾ ਹੈ। ਇਵੇਂ ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਤੇ ਗੁਰੂ ਘਰ ਦਾ ਜਿਹੜੀ ਮਰਿਆਦਾ ਉਹ ਨਿਭਾਉਣੀ ਹੈ। ਬਾਕੀ ਇਹ ਕੋਈ ਰੂਲ ਨਹੀਂ ਹੈ, ਇਹ ਕੋਈ ਹੈ ਨਹੀਂ ਹੈ ਸਰਕਾਰ ਦੀ ਹਦਾਇਤ ਕਿ ਗੁਰੂ ਘਰ ਬਿਲਕੁਲ ਹੀ ਬੰਦ ਕੀਤਾ ਜਾਵੇ, ਮੱਥਾ ਨਾ ਟੇਕੋ, ਦਰਸ਼ਨ ਨਾ ਕਰੋ। ਸਾਨੂੰ ਜੇ ਬਚਾਉਣਾ ਹੈ ਤਾਂ ਪਰਮੇਸ਼ਰ ਨੇ ਬਚਾਉਣਾ ਹੈ, ਆਪਣੇ ਆਪ ਅਸੀਂ ਕੋਈ ਨਹੀਂ ਬਚ ਸਕਦੇ। ਰੱਖਿਆ ਤਾਂ ਕਰਨੀ ਹੈ ਗੁਰੂ ਨੇ, ਗੁਰੂ ਹੀ ਰਖਵਾਲੇ ਹੈ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਹੈ, ਗੁਰੂ ਦੀ ਸ਼ਰਨ ਵਿੱਚ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ, ਨਾ ਪਹਿਲਾਂ ਕਦੀ ਲੱਗੀ ਸੀ ਨਾ ਹੁਣ ਲੱਗੇਗੀ। ਦਾ ਦ੍ਰਿਸ਼ਟਾਂਤ ਕਹਿਣ ਦਾ ਮਤਲਬ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਜਿਹੜੇ ਨਿਤਨੇਮ ਹੈ, ਜੋ ਮਰਿਆਦਾਵਾਂ ਗੁਰੂ ਘਰਾਂ 'ਚ ਕੇਂਦਰੀ ਸਥਾਨਾਂ 'ਤੇ ਵੀ ਚੱਲ ਰਹੀਆਂ ਹੈ, ਇਸੇ ਤਰ੍ਹਾਂ ਲੋਕਲ ਗੁਰਦੁਆਰਿਆਂ 'ਚ ਵੀ ਚੱਲਣੀਆਂ ਹੈ। ਬਾਕੀ ਜੋ ਸਰਕਾਰ ਦਾ ਇੱਕ ਰੂਲ ਹੈ, ਹਦਾਇਤ ਹੈ ਕਿ ਇਕੱਠੇ ਨਾ ਬੈਠੋ, ਬਹੁਤੇ ਹੋ ਕੇ ਨੇੜੇ ਛੂਤ ਛਾਤ ਨਾ ਕਰੋ, ਬਹੁਤਾ ਇਕੱਠ ਨਾ ਕਰੋ। ਜਿੱਥੇ ਸੰਗਤ ਬਹੁਤੀ ਆ ਕੇ ਇਕੱਠੀ ਇੱਕਮਿਕ ਹੋ ਕੇ ਬਵੇ, ਉਹ ਨਾ ਹੋਵੇ। ਜੇ ਬੈਠਣਾ ਹੈ ਤਾਂ 1 ਮੀਟਰ ਦੀ ਦੂਰੀ 'ਤੇ ਬੈਠਣਾ ਹੈ। ਇਸ ਗੱਲ ਨੂੰ ਲੈਂਦਿਆਂ ਹੋਇਆਂ ਹੀ ਸਾਧ ਸੰਗਤ ਜੀ ਆਪਾਂ ਕਥਾ ਜਿਹੜੀ ਲੜੀਵਾਰ ਵਿੱਚ ਹੀ ਕਰਦੇ ਆ ਰਹੇ ਉਸ ਨੂੰ ਕਰਨ ਲੱਗੇ ਹਾਂ। ਕੋਈ ਹਉਮੈ ਵਾਲੀ ਗੱਲ ਜਾਂ ਚੜ੍ਹੋ ਖਤੀ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਤਾਂ ਜਿਹੜਾ ਜਿਵੇਂ ਅਸੀਂ ਘਰ ਬੈਠੇ ਰੋਟੀ ਨਹੀਂ ਛੱਡ ਸਕਦੇ, ਆਪਣੇ ਕੰਮ ਅਸੀਂ ਕਰਦੇ ਹਾਂ, ਜੋ ਅਸੀਂ ਕਰ ਰਹੇ ਹਾਂ ਉਹ ਅਸੀਂ ਪੂਰੇ ਆਪਣੇ ਕੰਮ ਕਰਦੇ ਹਾਂ। ਗੁਰੂ ਘਰ ਦੇ ਵਿੱਚ ਕੋਈ ਐਵੇਂ ਊਣਤਾ ਹੀ ਪਾ ਕੇ ਅਸੀਂ ਕੋਈ ਠੀਕ ਨਹੀਂ ਹੋਣ ਵਾਲੇ। ਮਹਾਰਾਜ ਜੀ ਦੀ ਜਿਹੜੀ ਇਹ ਮਰਿਆਦਾ ਹੈ, ਜਿਨ੍ਹਾਂ 'ਚ ਸਰੀਰ 'ਚ ਜਾਨ ਹੈ, ਅਤੇ ਸਤਿਗੁਰੂ ਜੀ ਕਿਰਪਾ ਕਰਵਾ ਕੇ ਜੇ ਕਰਾ ਰਹੇ ਤਾਂ ਸਾਨੂੰ ਕਰਨੀ ਬਣਦੀ ਹੈ। ਰਖਵਾਲੀ ਸਾਡੀ ਗੁਰਾਂ ਨੇ ਕਰਨੀ ਹੈ, ਸਰੀਰ ਦੀ ਤੰਦਰੁਸਤੀ ਸਾਨੂੰ ਗੁਰਾਂ ਨੇ ਬਖਸ਼ਣੀ ਹੈ। ਜੇ ਗੁਰੂ ਚਾਹਣ ਸਾਨੂੰ ਰੱਖ ਸਕਦੇ ਹੈ, ਜੇ ਗੁਰੂ ਨਾ ਚਾਹਣ ਭਾਵੇਂ ਅਸੀਂ ਜੁੱਲੇ 'ਚ ਪੈ ਜਾਈਏ, ਭਾਵੇਂ ਅਫਲਾਤੂ ਵਾਂਗੂ ਅਸੀਂ ਕਈ ਸਰੀਰ ਬਣਾ ਲਈਏ, ਮੌਤ ਜਿਹੜੀ ਲੱਭ ਹੀ ਲੈਂਦੀ ਹੈ। ਐਵੇਂ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਆਪਾਂ ਇਤਿਹਾਸ ਦੀ ਕਥਾ ਕਰ ਰਹੇ ਹਾਂ ਉਹਨੂੰ ਆਪਾਂ ਸਰਵਣ ਕਰੀਏ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਪੰਡਿਤ ਹਰਦਿਆਲ ਜੀ ਪਿਤਾ ਕਲਿਆਣ ਚੰਦ ਜੀ ਦੇ ਕਹਿਣ 'ਤੇ ਜਨੇਊ ਪਾਉਣ ਲੱਗੇ ਸਨ। ਮਹਾਰਾਜ ਜੀ ਨੇ ਕਿਹਾ ਵੀ ਕਿਹੜਾ ਜਨੇਊ ਪਾ ਰਹੇ ਹੋ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਜਨੇਊ ਪਾਉਂਦੇ ਹੈ, ਜੇ ਛਤਰੀ ਪਾਵੇ ਤੇ ਛਤਰੀ ਆਪਣੇ ਧਰਮ 'ਚ ਆ ਜਾਂਦਾ ਹੈ, ਜੇ ਬ੍ਰਾਹਮਣ ਪਾਵੇ ਬ੍ਰਾਹਮਾ ਆਪਣੇ ਧਰਮ 'ਚ ਆ ਜਾਂਦਾ ਹੈ। ਜਿਹੜੇ ਇਸ ਨੂੰ ਧਾਰਨ ਨਹੀਂ ਕਰਦੇ, ਨਾ ਉਹ ਛਤਰੀ ਹੈ ਨਾ ਬ੍ਰਾਹਮਣ ਹੈ। ਘਰ ਵਾਲੇ ਵੀ ਉਹਨਾਂ ਨੂੰ ਚੌਂਕੇ ਦਾ ਅਧਿਕਾਰੀ ਨਹੀਂ ਬਣਾਉਂਦੇ, ਨਾਲ ਬਹਿ ਕੇ ਛਕਦੇ ਛਕਾਉਂਦੇ ਨਹੀਂ ਹਨ। ਨਿਗੁਰਾ ਜਾਣਦੇ ਹੈ, ਵੇਦਾਂ ਦੀ ਇਹ ਵਿਧੀ ਹੈ, ਵਿਧਾਨ ਹੈ ਕਿ ਜਦੋਂ ਵੀ ਜਿਹੜਾ ਬ੍ਰਾਹਮਣ 8 ਸਾਲ ਦੀ ਉਮਰ ਹੋ ਜਾਵੇ, ਛਤਰੀ 10-11 ਸਾਲ ਦੀ ਉਮਰ 'ਚ ਹੋ ਜਾਵੇ, ਉਹ ਜਨੇਊ ਧਾਰਨ ਕਰੇ, ਨਹੀਂ ਤਾਂ ਉਹ ਨਿਗੁਰਾ ਹੈ।
ਇਵੇਂ ਸਾਨੂੰ ਵੀ ਸਤਿਗੁਰਾਂ ਦੀ ਹਦਾਇਤ ਹੈ ਕਿ ਜਦੋਂ ਵੀ ਗੁਰੂ ਕਾ ਸਿੱਖ ਜਨਮ ਲੈਂਦਾ ਹੈ ਖੰਡੇ ਦੀ ਪੌਲ ਅੰਮ੍ਰਿਤ ਛਕੇ, ਇਵੇਂ ਉਹਦਾ ਆਧਾਰ ਹੈ, ਕਿਉਂਕਿ ਸਰੀਰ ਦਾ ਕੋਈ ਪਤਾ ਨਹੀਂ ਹੈ ਕਦੋਂ ਇਹ ਖਤਮ ਨਸ਼ਟ ਹੋ ਜਾਵੇ। ਗੁਰੂ ਦੀ ਸ਼ਰਨ ਜਿੰਨੀ ਜਲਦੀ ਹੋ ਸਕੇ ਲੈ ਲੈਣੀ ਚਾਹੀਦੀ ਹੈ। ਉਹ ਵਿਸਥਾਰ ਸਹਿਤ ਆਪ ਜੀ ਨੇ ਪ੍ਰਸੰਗ ਪਿੱਛੇ ਸਰਵਣ ਕੀਤੇ ਹੀ ਹੈ। ਅੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਪੰਡਿਤ ਹਰਦਿਆਲ ਜੀ ਜਿਹੜੇ ਇਹੋ ਜਿਹਾ ਜਨੇਊ ਪਾਉਂਦੇ, ਸ਼ੁਭ ਗੁਣਾ ਰੂਪੀ ਗਿਆਨ ਦਾ ਜਨੇਊ ਹਿਰਦੇ ਰੂਪੀ ਕੰਠ ਵਿੱਚ, ਉਹ ਧਨ ਹੈ ਮਨੁੱਖ ਜਿਹੜੇ ਇਸ ਜਨੇਊ ਨੂੰ ਪਾ ਕੇ ਤੇ ਉਹ ਸੱਚੀ ਦਰਗਾਹ ਵਿੱਚ ਜਾਂਦੇ, ਉੱਥੇ ਉਹਨਾਂ ਦਾ ਸਨਮਾਨ ਆਦਰ ਹੁੰਦਾ ਹੈ। ਇਸ ਲੋਕ ਵੀ ਪੂਜੇ ਜਾਂਦੇ, ਉੱਥੇ ਵੀ ਪੂਜੇ ਜਾਂਦੇ ਹੈ। ਗੁਰੂ ਜੀ ਦੇ ਇਹੋ ਜਿਹੇ ਵਚਨ ਸੁਣ ਕੇ ਸਾਰੇ ਬ੍ਰਾਹਮਣ ਚੁੱਪ ਕਰ ਗਏ, ਸ਼ਾਂਤ ਹੋ ਗਏ। ਹੁਣ ਕੋਈ ਉੱਤਰ ਦੇਣਾ ਨਹੀਂ ਸੀ ਕਿਸੇ ਨੂੰ ਆ ਰਿਹਾ ਵੀ ਕੋਈ ਕੀ ਕਵੇ। ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਹੈ ਤੇ ਪੁਰਾਣਾਂ ਵਿੱਚ ਸਭ ਲਿਖਿਆ ਹੋਇਆ ਕਿ ਅਗਲੇ ਬੰਨੇ ਸਨਮਾਨ ਕਿੰਨਾ ਦਾ ਹੁੰਦਾ, ਕਿੰਨਾ ਦਾ ਨਹੀਂ ਹੁੰਦਾ। ਸਾਰੇ ਸ਼ਾਂਤ ਹੈ, ਉੱਤਰ ਨਹੀਂ ਦੇ ਰਹੇ। ਪੰਡਿਤ ਹਰਦਿਆਲ ਜੀ ਵਿੱਚ ਹੋਰ ਇੱਛਾ ਉਪਦੇਸ਼ ਲੈਣ ਦੀ, ਜਿਸ ਵਿੱਚ ਪਹਿਲਾਂ ਹੀ ਇੱਛਾ ਸੀ ਜਦੋਂ ਗੁਰੂ ਦਾ ਅਵਤਾਰ ਹੋਇਆ ਸੀ। ਹੁਣ ਸਾਰੇ ਬ੍ਰਾਹਮਣ ਬੋਲੇ ਹੈ ਕਿ ਵੇਖੋ ਗੁਰੂ ਨਾਨਕ ਸਾਹਿਬ ਜੀ, ਠੀਕ ਤੁਹਾਡੇ ਬਚਨ 16 ਆਨੇ ਸੱਚ ਹੈ, ਪਰ ਜਿਹੜੀ ਪਿਛਲੀ ਰੀਤੀ ਚੱਲਦੀ ਆ ਰਹੀ ਹੈ, ਜਦੋਂ ਦੇ ਵਰਣ ਬਣੇ ਹੈ, ਤੇ ਤੁਹਾਨੂੰ ਇਹ ਵਰਣ ਦੀ ਰੀਤੀ ਅਪਣਾਉਣੀ ਚਾਹੀਦੀ ਹੈ। ਪਿਛਲੀ ਰੀਤੀ ਨਾਲ ਤੁਹਾਨੂੰ ਚੱਲਣਾ ਚਾਹੀਦਾ ਹੈ, ਤੁਹਾਨੂੰ ਉਵੇਂ ਕਰਨਾ ਚਾਹੀਦਾ ਜਿਵੇਂ ਸਾਰੀ ਕੁੱਲ ਪਿੱਛੇ ਕਰਦੀ ਆ ਰਹੀ ਹੈ। ਜਿਵੇਂ ਉਹ ਸਾਰੇ ਬ੍ਰਾਹਮਣ ਬੋਲ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਹੈ, ਗੁਰੂ ਜੀ ਅੱਗੋਂ ਉਪਦੇਸ਼ ਕਰਨਗੇ। ਆਓ ਆਪਾਂ ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਬਾਲਕ ਇਹੋ ਜਗਿਓ ਪਵੀਤਾ। ਜਿਹੜੇ ਉਥੇ ਹੋਰ ਬ੍ਰਾਹਮਣ ਛਤਰੀ ਹੋਰ ਪਰਿਵਾਰ ਗਿਆਤੀ ਸੰਬੰਧੀ ਬੈਠੇ ਸੀ, ਉਸ ਵਕਤ ਜਿਹੜੇ ਚੰਗੀ ਨੀਤੀ ਵਾਲੇ ਬ੍ਰਾਹਮਣ ਸਨ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪਿਛਲੀ ਰੀਤੀ ਜਾਣ ਕੇ ਬੋਲੇ ਹੈ। ਕਹਿੰਦੇ, ਹੇ ਬਾਲਕ ਗੁਰੂ ਨਾਨਕ ਸਾਹਿਬ, ਇਹ ਜੋ ਜਗਿਓ ਪਵੀਤ ਇਹ ਬ੍ਰਹਮ ਸੂਤਰ ਜਨੇਊ ਹੈ। ਵੇਦ ਪੰਥ ਮਹਿ ਗਿਨਿਓ ਪਨੀਤਾ। ਉਹ ਵੇਦਾਂ ਦੇ ਪੰਥ ਵਿੱਚ ਇਸ ਨੂੰ ਬੜਾ ਪਨੀਤ ਪਵਿੱਤਰ ਗਿਣਿਆ ਹੈ। ਪਰੰਪਰਾ ਪਾਵਨ ਬਰ ਧਰਮਾ। ਇਹ ਜਿਹੜੇ ਜਨੇਊ ਪਾਉਣ ਦੀ ਪਰੰਪਰਾ ਇਹ ਮੁੱਢ ਤੋਂ ਹੈ ਤੇ ਇਵੇਂ ਬੜੀ ਪਵਿੱਤਰ ਸ੍ਰੇਸ਼ਟ ਧਰਮ ਮੰਨਿਆ ਹੈ ਗੁਰੂ ਨਾਨਕ ਸਾਹਿਬ ਜੀ ਜਨੇਊ ਪਾਉਣ ਨੂੰ। ਨਿਜ ਬਾਹਜ ਕੋ ਰਾਖਤ ਧਰਮਾ। ਇਵੇਂ ਇਹ ਜਿਹੜਾ ਜਨੇਊ ਹੈ, ਜੇ ਬ੍ਰਾਹਮਣ ਪਾ ਲਵੇ ਉਹਦਾ ਧਰਮ ਰੱਖਦਾ ਹੈ, ਜੇ ਛਤਰੀ ਪਾ ਲਵੇ ਉਹਦਾ ਧਰਮ ਰੱਖਦਾ ਇਹ ਜਨੇਊ। ਬ੍ਰਹਮਾਦਿਕ ਤੇ ਇਹ ਚੱਲਿਆ ਵਾ। ਗੁਰੂ ਨਾਨਕ ਸਾਹਿਬ ਜੀ, ਇਹ ਕੋਈ ਜਿਹੜਾ ਜਨੇਊ ਤੁਹਾਨੂੰ ਪਾ ਰਹੇ ਤੁਸੀਂ ਆਪਣੇ ਕੋਲੋਂ ਨਹੀਂ ਕੋਈ ਪਾ ਰਹੇ। ਇਹ ਤੇ ਬ੍ਰਹਮਾ ਆਦਿਕ ਜਿਹੜੇ ਦੇਵਤੇ ਨਾਰਦ ਮੁਨੀ ਆਦਿਕ, ਇਹ ਸਾਰਿਆਂ ਤੋਂ ਪਹਿਲੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਸਨਕ ਸਨੰਦਨ ਸਭ ਪਹਿਰਾਵਾ। ਜੋ ਬ੍ਰਹਮਾ ਜੀ ਦੇ ਸੁਪੁੱਤਰ ਹੈ, ਸਨਕ ਸਨੰਦਨ ਸਨਾਤਨ ਸਨਤ ਕੁਮਾਰ, ਇਹ ਤੇ ਉਹਨਾਂ ਨੇ ਵੀ ਇਸ ਜਨੇਊ ਨੂੰ ਪਹਿਨਾਇਆ ਹੈ। ਜੇ ਹਮ ਕੀਨੀ ਉਕਤ ਨਵੀਨਾ। ਉਹਨਾਂ ਵੀ ਪਾਇਆ ਹੋਇਆ ਹੈ। ਬ੍ਰਹਮਾ ਨੇ, ਉਹਦੇ ਪੁੱਤਰਾਂ ਨੇ, ਨਾਰਦ ਮੁਨੀ ਹੋਰ ਦੇਵਤਿਆਂ ਨੇ ਵੀ ਧਾਰਨ ਕੀਤਾ ਹੈ ਜਨੇਊ। ਜੇ ਗੁਰੂ ਨਾਨਕ ਸਾਹਿਬ ਜੀ
ਜੇ ਤੇ ਅਸੀਂ ਕਰਦੇ ਹਾਂ ਕੋਈ ਨਵੀਂ ਜੁਗਤੀ ਪਿਆ ਨਵਾਂ ਹੀ ਕੰਮ ਕਰ ਰਹੇ ਹਾਂ। ਪੇਲੋ ਇਹੋ ਤੋ ਸਮਤ ਪਰਬੀਨਾ। ਸਮਤ ਪਰ ਬੀਨਾ ਹੈ ਚਤਰ ਸਿਆਣੇ ਸ੍ਰੇਸ਼ਟ ਮੱਤ ਵਾਲੇ ਗੁਰੂ ਨਾਨਕ ਸਾਹਿਬ ਜੀ, ਫਿਰ ਤੇ ਤੁਸੀਂ ਪੇਲ ਦਿਓ, ਭਾਵ ਤੁਸੀਂ ਫਿਰ ਤੇ ਹਟਾ ਦਿਓ ਵੀ ਅਸਾਂ ਨੇ ਨਹੀਂ ਜਨੇਊ ਪਾਉਣਾ। ਜੇ ਅਸੀਂ ਕੋਈ ਨਵੀਂ ਜਾਂ ਰੀਤੀ ਉਗਤੀ ਕਰਨ ਲੱਗੇ ਹਾਂ ਤਾਂ ਚਲਹੁ ਬਾਲ ਪਾਸ਼ਲ ਕੁਲ ਚਾਲੀ। ਇਸ ਕਰਕੇ ਇਹ ਬਾਲਕ ਗੁਰੂ ਨਾਨਕ ਸਾਹਿਬ ਜੀ, ਜਿਵੇਂ ਪਿਛਲੇ ਕੁਲ ਦੀ ਰੀਤੀ ਮਰਿਆਦਾ ਚੱਲਦੀ ਆ ਰਹੀ ਹੈ ਚਾਲੀ, ਉਵੇਂ ਤੁਸੀਂ ਚੱਲੋ। ਕਿਉ ਤੁਮ ਸਭ ਤੇ ਚਹੋ ਨਿਰਾਲੀ। ਕਿਉਂ ਤੁਸੀਂ ਆ ਸਾਰਿਆਂ ਤੋਂ ਵੱਖਰੀ ਜਿਹੜੀ ਚਾਲੀ ਰੀਤੀ ਨਿਰਾਲੀ ਵੱਖਰਾ ਚੱਲਣਾ ਚਾਹੁੰਦੇ ਹੋ? ਕਿਉਂ ਨਹੀਂ ਤੁਸੀਂ ਜਨੇਊ ਪਾਉਂਦੇ? ਸੁਨ ਸ੍ਰੀ ਨਾਨਕ ਬਚ ਦਵਿਜ ਬਦ ਕਾ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਸਾਰੇ ਬ੍ਰਾਹਮਣਾਂ ਦਾ ਬਚਨ ਨੂੰ ਬੋਲੇ ਤੇ ਮਤ ਕਰਤਿਓ ਤਰਕਾ। ਗੁਰੂ ਮਹਾਰਾਜ ਜੀ ਉਹਨਾਂ ਨੂੰ ਐਵੇਂ ਚੰਗੀ ਤਰ੍ਹਾਂ ਸ੍ਰੇਸ਼ਟ ਮੱਤ ਦਾ ਗਿਆਨ ਦੇਣ ਵਾਸਤੇ, ਮੱਤ ਦੇਣ ਵਾਸਤੇ ਐਵੇਂ ਕਰਤਿਓ ਤਰਕਾ, ਉਹਨਾਂ ਦੇ ਮੱਤ ਦਾ ਖੰਡਨ ਕਰਦਿਆਂ ਹੋਇਆਂ ਤੇ ਮੱਤ ਦੇਣ ਲਈ ਇਹ ਬਚਨ ਬੋਲੇ ਐ। ਸ੍ਰੀ ਮੁਖਵਾਕ ਸੋਭਾ ਵਾਲੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਬਚਨ। ਚੌਕੜ ਮੁੱਲ ਅਣਾਇਆ। ਮਹਾਰਾਜ ਕਹਿਣ ਲੱਗੇ ਕਿ ਪੰਡਿਤ ਹਰਦਿਆਲ ਜੀ, ਇਹ ਸਾਰੇ ਬ੍ਰਾਹਮਣੋ ਛਤਰੀਓ, ਇਹ ਜਿਹੜਾ 4 ਕੌਡੀਆਂ ਦਾ ਮੁੱਲ ਦੇ ਕੇ ਤੇ ਤੁਸਾਂ ਨੇ ਇਹ ਜਨੇਊ ਅਣਾ ਕੇ ਲਿਆਂਦਾ ਹੈ, ਲੈ ਆਂਦਿਆ ਹੈ। ਉਹ ਐਵੇਂ ਕਿ ਪਹਿਲਾਂ ਸਤਿਯੁਗ ਦੇ ਵਿੱਚ ਜਿਹੜਾ ਜਨੇਊ ਸੀ, ਇਵੇਂ 4 ਦੀਵਾਨੀਆਂ ਦਾ, 4 ਦੀਵਾਨੀਆਂ ਭਾਵ 1 ਰੁਪਈਏ ਦਾ ਆਉਂਦਾ ਸੀ ਜਨੇਊ। ਉਹ ਸੋਨੇ ਦੀਆਂ ਤਾਰਾਂ ਦਾ ਬਣਿਆ ਹੁੰਦਾ ਸੀ। ਤ੍ਰੇਤੇ ਵਿੱਚ 4 ਆਨਿਆਂ ਦਾ ਮਤਲਬ ਚਵਾਨੀ ਦਾ ਜਨੇਊ ਆਉਂਦਾ ਸੀ, ਜੋ ਚਾਂਦੀ ਦਾ ਬਣਿਆ ਹੁੰਦਾ ਸੀ। ਦੁਆਪਰ ਦੇ ਵਿੱਚ 4 ਪੈਸਿਆਂ ਦਾ ਭਾਵ 1 ਆਨੇ ਦਾ, ਤੇ ਉਹ ਜਨੇਊ ਤਾਂਬੇ ਦਾ ਹੁੰਦਾ ਸੀ, ਤਾਂਬੇ ਦੀਆਂ ਤਾਰਾਂ ਦਾ ਬਣਿਆ ਹੋਇਆ। ਹੁਣ ਕਲਯੁਗ ਦੇ ਵਿੱਚ ਜਿਹੜਾ 4 ਕੌਡੀਆਂ ਦਾ ਜਿਹੜਾ ਜਨੇਊ ਪਾਇਆ ਜਾਂਦਾ ਸੀ, ਗੁਰੂ ਨਾਨਕ ਸਾਹਿਬ ਜੀ ਇਵੇਂ ਕਹਿਣ ਲੱਗੇ, ਪੰਡਿਤ ਹਰਦਿਆਲ ਜੀ ਬ੍ਰਾਹਮਣੋ, ਇਹ 4 ਕੌਡੀਆਂ ਦਾ ਐਵੇਂ ਭਾਵੇਂ ਕਿ ਜਿਹੜਾ ਮੁੱਲ ਬ੍ਰਾਹਮਣ ਲਿਆਉਂਦੇ ਸੀ ਜਨੇਊ, ਪਰ ਜਿਹੜਾ ਉਹਦਾ ਮੁੱਲ ਹੈ ਉਹ ਦਿੰਦੇ ਹੁੰਦੇ ਸਨ ਘਰ ਵਾਲੇ ਜਿਨ੍ਹਾਂ ਜਨੇਊ ਦੀ ਰਸਮ ਕਰਾਉਣੀ ਹੁੰਦੀ ਸੀ। ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੇ ਉਹ 4 ਕੌਡੀਆਂ ਦੇ ਕੇ ਤੇ ਉਹ ਮੁੱਲ ਦੇ ਦਿੱਤਾ ਬ੍ਰਾਹਮਣ ਪੰਡਿਤ ਹਰਦਿਆਲ ਨੂੰ, ਤੇ ਉਹ ਲੈ ਕੇ ਆਇਆ ਸੀ। ਤੇ ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਹੈ, ਪੰਡਿਤ ਹਰਦਿਆਲ ਜੀ, ਆ 4 ਕੌਡੀਆਂ ਦਾ ਐਵੇਂ ਬਾਜ਼ਾਰ ਵਿੱਚ ਮੁੱਲ ਦੇ ਕੇ ਤੇ ਤੁਸਾਂ ਨੇ ਜਨੇਊ ਲੈ ਆਂਦਾ। ਵਹ ਚੌਕਾ ਪਾਇਆ। ਫਿਰ ਜਿੱਥੇ ਆ ਗੋਬਰ ਦਾ ਪੋਚਾ ਜਿਹਾ ਦਿੱਤਾ ਹੈ, ਸਾਰੇ ਉਹ ਚੌਂਕਾ ਪੂਰਿਆ ਹੈ, ਉੱਥੇ ਐਵੇਂ ਬਹਿ ਕਰਕੇ ਤੇ ਉਹ ਗਲ ਵਿੱਚ ਪਾ ਕੇ ਸਿੱਖਾ ਕੰਨ ਚੜਾਈਆ। ਚੌਂਕੇ ਵਿੱਚ ਬਹਿ ਕੇ ਉਹ ਪਾਇਆ ਹੈ ਤੇ ਸਿੱਖਾਂ ਕੰਨ ਨੂੰ ਚੜਾ ਦਿੱਤੀਆਂ। ਸਿੱਖਾਂ ਕੰਨ ਨੂੰ ਚੜਾ ਦਿੰਦੇ ਸਿੱਖਿਆਵਾਂ ਕਿ ਵੇਖੋ ਵੀ ਹੁਣ ਤੂੰ ਬ੍ਰਾਹਮਣ ਬਣ ਗਿਆ ਹੈ, ਜਨੇਊ ਪਾ ਲਿਆ ਹੈ, ਬੋਦੀ ਰੱਖਣੀ ਅੱਜ ਤੋਂ। ਜਦੋਂ ਲਘੂ ਸ਼ੰਕਾ ਪਿਸ਼ਾਬ ਕਰਨਾ ਹੈ, ਜੰਗਲ ਮੈਦਾਨ ਜਾਣਾ ਤੇ ਜਨੇਊ ਜਿਹੜਾ ਕੰਨ ਦੇ ਉੱਪਰ ਚੜਾ ਲੈਣਾ ਹੈ। ਫਿਰ ਜਦੋਂ ਰੋਟੀ ਖਾਣੀ ਹੈ ਚੌਂਕੇ ਵਿੱਚ ਬਹਿ ਕੇ ਖਾਣੀ ਹੈ, ਬਾਹਰ ਨਹੀਂ ਖਾਣੀ ਹੈ। ਰੋਟੀ ਖਾਣ ਤੋਂ ਪਹਿਲਾਂ ਐਵੇਂ ਇਕੱਲੀ ਧੋਤੀ ਰੱਖਣੀ ਹੈ, ਬਾਕੀ ਜਿਹੜਾ ਉੱਤੋਂ ਵਸਤਰ ਸਾਰੇ ਲਾ ਦੇਣੇ ਹੈ। ਧੋਤੀ ਸਮੇਤ ਹੀ ਪ੍ਰਸ਼ਾਦਾ ਭੋਜਨ ਛਕਣਾ ਹੈ। ਐਵੇਂ ਸਿੱਖਾਂ ਜਿਹੜੀਆਂ ਸਿੱਖਿਆਵਾਂ ਚਾੜ ਦਿੱਤੀਆਂ। ਗੁਰ ਬ੍ਰਾਹਮਣ ਥੀਆ। ਕੰਨ ਵਿੱਚ ਇਹ ਸਿੱਖਿਆਵਾਂ ਚਾੜ ਦਿੱਤੀਆਂ ਵੀ ਅੱਜ ਤੋਂ ਤੇਰਾ ਜਿਹੜਾ ਗੁਰੂ ਹੈ ਉਹ ਬ੍ਰਾਹਮਣ ਹੋ ਗਿਆ ਹੈ। ਐਵੇਂ ਤੂੰ ਛਤਰੀ ਹੈ ਤੇ ਬ੍ਰਾਹਮਣ ਦਾ ਸਤਿਕਾਰ ਕਰਨਾ, ਤੇਰੇ ਗੁਰੂ ਬ੍ਰਾਹਮਣ ਹੋ ਗਏ ਐ। ਓਹੋ ਮੂਆ ਓਹੋ ਚੜ ਪਾਇਆ।
ਓਹੋ ਮੂਆ ਓਹੋ ਚੜ ਪਿਆ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬ੍ਰਾਹਮਣੋ, ਹੇ ਪੰਡਿਤ ਹਰਦਿਆਲ ਜੀ, ਉਹਦੇ ਜਦੋਂ ਮਨੁੱਖ ਆ ਮਰ ਗਿਆ, ਸੜ ਮੱਚ ਗਿਆ, ਜਦੋਂ ਉਹ ਮੋਇਆ ਹੋ ਗਿਆ, ਚਿਖਾ ਤੇ ਉਹਨੂੰ ਸਾੜ ਦਿੱਤਾ। ਜਦੋਂ ਉਹਦੀ ਦੇਹ ਸੜ ਗਈ ਤੇ ਉਹ ਜਨੇਊ ਵੀ ਐਵੇਂ ਝੜ ਪਿਆ ਸੜ ਕੇ। ਵੇਤ ਗਾ ਗਿਆ। ਐਵੇਂ ਉਹਦਾ ਝੜ ਪਿਆ, ਡਿੱਗ ਪਿਆ ਜਨੇਊ, ਵੇ ਧੱਗਾ ਗਿਆ। ਤੇ ਬ੍ਰਾਹਮਣ ਪੰਡਿਤ ਹਰਦਿਆਲ ਜੀ, ਜਦੋਂ ਜਨੇਊ ਸੜ ਕੇ ਸਵਾਹ ਹੋ ਗਿਆ, ਉੱਥੇ ਚਿਖਾ 'ਚ ਪੈ ਗਿਆ, ਤੇ ਦੱਸ ਉਹ ਜਿਹੜੇ ਜਨੇਊ ਧਾਰਨ ਕੀਤਾ ਸੀ ਖੱਤਰੀ ਬ੍ਰਾਹਮਣ ਨੇ, ਉਹ ਵੇ ਧੱਗਾ ਗਿਆ ਕਿ ਨਹੀਂ ਗਿਆ? ਚਲਾ ਗਿਆ ਨਾ ਉਹ ਵੇ ਧੱਗਾ ਜਨੇਊ ਤੋਂ ਬਿਨਾ ਹੀ। ਚੌਪਈ ਅਸਬਿਦ ਕੋ ਦਿਜ ਦੇਹੋ ਜਨੇਊ। ਮਹਾਰਾਜ ਕਹਿਣ ਲੱਗੇ, ਪੰਡਿਤ ਹਰਦਿਆਲ ਜੀ, ਕੀ ਤੁਸੀਂ ਮੈਨੂੰ ਇਸ ਵਿਧੀ ਨਾਲ ਬਣਾਇਆ ਹੋਇਆ ਜਨੇਊ ਜਾਂ ਦਿੰਦੇ ਹੋ? ਚੌਕੜ ਬਿਕਤ ਮੋਲੀਏ ਤੇਊ। ਮੋਲ ਲੀਏ ਤੇਊ, ਕਿ ਆ ਜਿਹੜਾ ਚਾਰਕ ਕੌਡੀਆਂ ਦਾ ਮੁੱਲ ਲਿਆ ਬਾਜ਼ਾਰ ਦੇ ਵਿੱਚੋਂ ਜਨੇਊ, ਇਹੋ ਜਿਹਾ ਤੁਸੀਂ ਜਿਹੜਾ ਸਾਨੂੰ ਜਨੇਊ ਦਿੰਦੇ ਪਾਉਂਦੇ ਹੋ। ਅਗਨ ਸੰਗ ਜਰ ਗਇਓ ਜਗ ਮਾਹੀ। ਇਹ ਬ੍ਰਾਹਮਣ ਪੰਡਿਤ ਹਰਦਿਆਲ ਜੀ, ਉਹ ਤੇ ਜਦੋਂ ਆ ਜੀਵ ਮਰ ਜਾਂਦਾ ਹੈ, ਸੜਦਾ ਹੈ, ਬ੍ਰਾਹਮਣ ਛਤਰੀ ਚਿਖਾ ਉੱਪਰ, ਉਹਦੇ ਅੱਗ ਦੇ ਨਾਲ ਸੜ ਜਾਂਦਾ ਹੈ ਤੇ ਜਗਤ ਦੇ ਵਿੱਚ ਹੀ ਰਹਿ ਜਾਂਦਾ ਹੈ। ਜਹ ਕਾਰਜ ਤਹ ਨਿਭਿਓ ਸੋ ਨਾਹੀ। ਇਹ ਜਗਤ ਦੇ ਵਿੱਚ ਹੀ ਉਹ ਸੜ ਮੱਚ ਗਿਆ ਅੱਗ ਨਾਲ। ਜਿੱਥੇ ਕਾਰਜ ਸੀ ਉਹ ਜਨੇਊ ਦਾ ਵੀ ਪਾ ਕੇ ਅਗਲੇ ਬੰਨੇ ਜਾਣਾ ਸੀ, ਉੱਥੇ ਤੇ ਨਾ ਉਹ ਨਿਭਿਆ, ਉੱਥੇ ਉਹ ਕੰਮ ਤੇ ਨਾ ਉਸ ਜਨੇਊ ਨੇ ਕੋਈ ਦਿੱਤਾ, ਐਵੇਂ ਸਾਥ ਨਹੀਂ ਨਿਭਾਇਆ। ਜਿਸ ਕਾਰਜ ਵਾਸਤੇ ਜਨੇਊ ਧਾਰਨ ਕੀਤਾ ਸੀ, ਧਰਮ ਦਾ ਸੰਸਕਾਰ ਕੀਤਾ ਸੀ, ਜੋ ਆਗੇ ਨਹ ਕਾਰਜ ਆਵਾ। ਇਹ ਬ੍ਰਾਹਮਣ ਜੀ, ਜੋ ਜਨੇਊ ਅੱਗੇ ਆ ਕੰਮ ਨਹੀਂ ਆਉਂਦਾ, ਸੋ ਪਾਇਓ ਜਗ ਕੋ ਦਿਖਰਾਵਾ। ਇਹ ਉਹ ਬ੍ਰਾਹਮਣ ਛਤਰੀ ਨੇ ਆਪਣੀ 8 ਜਾਂ 10 11 ਸਾਲ ਦੀ ਉਮਰ 'ਚ ਧਾਰਨ ਕਰਕੇ ਜਗਤ ਨੂੰ ਪਾਇਆ ਹੋਇਆ ਦਿਖਾ ਦਿੱਤਾ ਕਿ ਮੈਂ ਅੱਜ ਤੋਂ ਛਤਰੀ ਹੋ ਗਿਆ, ਧਰਮੀ, ਮੈਂ ਬ੍ਰਾਹਮਣ ਹੋ ਗਿਆ ਹਾਂ ਅੱਜ ਤੋਂ ਧਰਮੀ। ਇਵੇਂ ਜਗਤ ਨੂੰ ਉਹ ਦਿਖਾ ਦਿੱਤਾ ਪਾ ਕੇ ਜਿਹੜਾ ਅੱਗੇ ਨਹੀਂ ਜਾਣ ਵਾਲਾ, ਕੰਮ ਨਹੀਂ ਆਉਂਦਾ। ਮਮ ਸੰਸਾਰ ਸੋ ਨਾਹੀ ਕਾਜੂ। ਪੰਡਿਤ ਹਰਦਿਆਲ ਜੀ, ਇਹ ਸਾਰੇ ਤੁਸੀਂ ਸੁਣ ਲਓ, ਇਹ ਜਿਹੜੇ ਜਗਤ ਦੇ ਕੰਮ ਹੈ, ਸਾਡਾ ਜਗਤ ਦੇ ਕੰਮਾਂ ਨਾਲ, ਜਗਤ ਦੇ ਬਣਾਏ ਹੋਏ ਰਸਮਾਂ ਨਾਲ ਕੋਈ ਕੰਮ ਕਾਜ ਨਹੀਂ ਹੈ। ਤੇਹ ਕੀ ਕਿਉਂ ਕਰਹੋ ਔਰਤ ਲਾਜੂ। ਫਿਰ ਉਸ ਸੰਸਾਰ ਦੇ ਕੰਮਾਂ ਦੀ, ਸੰਸਾਰ ਦੀ ਅਸੀਂ ਕੀ ਸ਼ਰਮ ਕਰੀਏ? ਕੀ ਅਸੀਂ ਸ਼ਰਮ ਕਰੀਏ ਵੀ ਸਾਨੂੰ ਲੋਕ ਹੀ ਕਹਿਣਗੇ ਵੀ ਵੇਖੋ ਇਹਨੇ ਤੇ ਆ ਧਰਮ ਦਾ ਜਨੇਊ ਨਹੀਂ ਪੈਣਿਆ। ਸੰਗ ਨਾ ਤਗ ਜਬ ਜਮ ਗਹਿ ਕੂਟਾ। ਜਿਸ ਵਕਤ ਇਹ ਜੀਵ ਨੂੰ ਜੰਮ ਪਕੜ ਕੇ ਕੁੱਟਦਾ ਹੈ, ਆ ਮਾਰਾ ਮਾਰਦਾ ਹੈ, ਤਦੋਂ ਇਹ ਜਨੇਊ ਸੰਗ ਨਹੀਂ ਜਾਂਦਾ। ਤਹਾ ਨਾਮ ਹੋਇਓ ਤਗ ਟੂਟਾ। ਉੱਥੇ ਇਸ ਜੀਵ ਦਾ ਨਾਮ ਹੁੰਦਾ ਹੈ ਵੀ ਤਗ, ਜਨੇਊ ਟੁੱਟੇ ਵਾਲਾ ਹੈ। ਵੀ ਜਿਹੜਾ ਜਨੇਊ ਹੈ ਉਹ ਤੇ ਇੱਥੇ ਟੁੱਟ ਗਿਆ, ਜਦੋਂ ਸੜ ਮੱਚ ਗਿਆ, ਨਾਲ ਨਾ ਗਿਆ, ਤੇ ਇਹਦਾ ਨਾਮ ਆ ਜਨੇਊ ਟੁੱਟੇ ਵਾਲਾ ਹੋ ਜਾਂਦਾ ਉੱਥੇ। ਕੀਨ ਸੋ ਪੂਰੀ ਚੋਰੀ ਜਾਰੀ। ਕਿਉਂਕਿ ਜੇ ਜਨੇਊ ਪਾ ਕੇ ਇਹ ਜੀਵ ਮਨੁੱਖ ਆਕੂੜ ਝੂਠੀਆਂ ਗਵਾਹੀਆਂ ਹੀ ਦਿੰਦਾ ਰਿਹਾ, ਚੋਰੀਆਂ ਹੀ ਕਰਦਾ ਰਿਹਾ, ਵਿਭਚਾਰ ਜਾਰੀਆਂ ਹੀ ਕਰਦਾ ਰਿਹਾ। ਜਾਂ ਤੇ ਮਿਲੀ ਯਾਤਨਾ ਭਾਰੀ। ਜੋ ਇਸ ਜੀਵ ਨੇ ਅੱਜ ਚੋਰੀ ਕੀਤੀ ਹੈ, ਝੂਠੀ ਗਵਾਹੀ ਦਿੱਤੀ, ਯਾਰੀ ਕਰਦਾ ਰਿਹਾ, ਉਸ ਵਾਸਤੇ ਉਸ ਨੂੰ ਭਾਰੀ ਜਿਹੜੀ ਹੈ ਉੱਥੇ, ਹੇ ਪੰਡਿਤ ਹਰਦਿਆਲ ਜੀ, ਯਾਤਨਾ ਤਾੜਨਾ ਸਾਸਨਾ ਹੁੰਦੀ, ਉੱਥੇ ਪੁੱਛਿਆ ਜਾਂਦਾ, ਮਾਰ ਪੈਂਦੀ ਹੈ। ਤਾਂ ਤੇ ਸਤਨਾਮ ਕਰਤਾਰਾ। ਇਸ ਵਾਸਤੇ ਪੰਡਿਤ ਹਰਦਿਆਲ ਜੀ, ਜੋ ਕਰਤਾਰ ਪਰਮੇਸ਼ਰ ਦਾ ਸੱਚਾ ਨਾਮ ਹੈ, ਜਪੋ ਤਾਹੇ ਹੋਏ ਜਗ ਨਿਸਤਾਰਾ। ਇਸ ਨਾਮ ਨੂੰ ਤੁਸੀਂ ਜਪੋ, ਜਿਸ ਜਪਣੇ ਕਰਕੇ ਇਹ ਜਗਤ ਦੇ ਵਿੱਚ ਨਿਸਤਾਰਾ ਹੋ ਜਾਈਦਾ ਹੈ।
ਇਹ ਜਗਤ ਵਿੱਚ ਮੁਕਤ ਹੋ ਜਾਈਦਾ, ਉੱਥੇ ਵੀ ਇਹ ਭਲਾ ਹੁੰਦਾ ਹੈ। ਉਸ ਨਾਮ ਨੂੰ ਜਪੋ, ਸਤਨਾਮ ਨੂੰ। ਦੋਨੋਂ ਲੋਕ ਵਿਖੈ ਰਹਿ ਸੰਗਾ। ਐਸਾ ਜਿਹੜਾ ਸੱਚੇ ਨਾਮ ਦਾ ਤੇ ਗਿਆਨ ਦਾ ਜਨੇਊ ਹੈ, ਇਹ ਦੋਹਾਂ ਲੋਕਾਂ ਵਿੱਚ ਹੀ ਰਹਿੰਦਾ ਹੈ। ਪੰਡਿਤ ਹਰਦਿਆਲ ਜੀ, ਨਿਸ ਦਿਨ ਸਿਮਰਹੁ ਸੰਗ ਉਮੰਗਾ। ਰਾਤ ਦਿਨ ਬੜੇ ਉਤਸ਼ਾਹ ਖੁਸ਼ੀ ਨਾਲ ਆਨੰਦ ਨਾਲ ਇਸ ਨਾਮ ਸੱਚੇ ਨੂੰ, ਸਤਨਾਮ ਵਾਹਿਗੁਰੂ ਨੂੰ ਸਿਮਰੋ। ਤਿਜ ਬਾਹਜ ਕੀ ਭੀਰ ਸੋ ਪੂਰੀ। ਇਸ ਤਰ੍ਹਾਂ ਗੁਰੂ ਜੀ ਬਚਨ ਕਰ ਰਹੇ ਹੈ। ਪੰਡਤਾਂ ਦੀ ਜਿਹੜੇ ਬ੍ਰਾਹਮਣ ਹੈ ਤੇ ਛਤਰੀ ਹੈ, ਉਹਨਾਂ ਦੀ ਭੀੜ ਭਰੀ ਪਈ ਹੈ ਉੱਥੇ। ਸੁਨ ਬਚ ਬਿਸਮੈਤਾ ਔਰ ਪੂਰੀ। ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਗਿਆਨ ਦੇ ਬਚਨ ਹੈਰਾਨ ਅਚਰਜ ਹੋ ਰਹੇ ਹੈ। ਕੋ ਨਾ ਉੱਤਰ ਦੇਨ ਸਮਰਥਾ। ਕੋਈ ਵੀ ਜਿਹੜਾ ਉੱਤਰ ਦੇਣ ਦੇ ਸਮਰੱਥ ਨਹੀਂ ਹੈ ਕਿ ਮੋੜਵਾਂ ਜਵਾਬ ਗੁਰੂ ਨਾਨਕ ਸਾਹਿਬ ਜੀ ਨੂੰ ਦੇ ਦੇਣ। ਇਹ ਤੁਸੀਂ ਕੀ ਕਹਿ ਰਹੇ ਹੋ, ਤਾਂ ਅਸੀਂ ਤੁਹਾਡੀ ਛੋਟੀ ਉਮਰ ਹੈ, ਤੁਹਾਨੂੰ ਕਹਿਣਾ ਨਹੀਂ ਬਣਦਾ ਹੈ। ਕਿਸੇ ਦੀ ਸਮਰੱਥਾ ਨਹੀਂ ਹੈ, ਸ਼ਕਤੀ ਨਹੀਂ ਹੈ ਵੀ ਗੁਰੂ ਜੀ ਨੂੰ ਮੋੜਵਾਂ ਉੱਤਰ ਦੇ ਦਵੇ। ਸਤ ਬਾਤ ਕਿਮ ਕਹੈ ਬਿਅਰਥਾ। ਜਦੋਂ ਹੈ ਹੀ ਸੱਚੀ ਗੱਲ, ਫਿਰ ਵਿਅਰਥ ਕਿਵੇਂ ਕਹਿ ਦੇਣ, ਕਿਵੇਂ ਸਫਲ ਕਹਿ ਦੇਣ ਵੀ ਇਹ ਤੁਹਾਡਾ ਬਚਨ ਸਹੀ ਨਹੀਂ ਹੈ। ਉਹ ਤੇ ਸਾਰੇ ਚਿੱਤ ਵਿੱਚ ਜਾਣਦੇ ਵੀ ਗੁਰੂ ਨਾਨਕ ਸਾਹਿਬ ਜੀ ਸੱਚ ਕਹਿ ਰਹੇ, ਕਿਵੇਂ ਵਿਅਰਥ ਕਹਿ ਦਈਏ ਅੱਗੋਂ। ਪੁਨ ਤਿਹ ਕਾਲ ਜੋ ਕਾਲੂ ਗਿਆਤੀ। ਫਿਰ ਉਸ ਸਮੇਂ ਬਾਬਾ ਕਲਿਆਣ ਚੰਦ ਜੀ ਦੇ ਜਿਹੜੇ ਅਗਿਆਤੀ ਸਰਬੰਧੀ ਰਿਸ਼ਤੇਦਾਰ ਭਾਈਚਾਰਾ, ਸੋ ਬੋਲੇ ਨਿਜ ਬਾਤ ਸੁਹਾਤੀ। ਜਿਹੜੀ ਉਹਨਾਂ ਨੂੰ ਆਪਣੀ ਗੱਲ ਸੋਭਨੀਕ ਚੰਗੀ ਲੱਗਦੀ ਸੀ, ਉਹ ਫਿਰ ਮੁਖੋਂ ਬੋਲੇ ਐ। ਸੁਣੀਏ ਸ੍ਰੀ ਨਾਨਕ ਪਰਬੀਨਾ। ਕਹਿਣ ਲੱਗੇ ਐ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਹੇ ਚਤਰ ਸਿਆਣੇ ਬਾਲਕ ਗੁਰੂ ਨਾਨਕ ਸਾਹਿਬ ਜੀ, ਸਾਡਾ ਵੀ ਬਚਨ ਸੁਣੀਏ ਇੱਕ ਵਾਰ। ਤੋਰ ਅਤਰਕ ਗਿਰਾ ਰਸ ਪੀਨਾ। ਤੋਰ ਅਤਰਕ ਗਿਰਾ ਰਸ ਪੀਨਾ। ਤੁਹਾਡਾ ਜਿਹੜਾ ਬਚਨ ਹੈ, ਤੁਹਾਡੀ ਬਾਣੀ ਹੈ, ਤਰਕ ਤੋਂ ਬਿਨਾਂ ਹੈ ਤੇ ਐਵੇਂ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਭਿੱਜੀ ਹੋਈ ਹੈ। ਤਦਪ ਜੋ ਤਵ ਪਿਤ ਖਰਚਿਓ ਦਰਬਾਰ। ਫਿਰ ਵੀ ਗੁਰੂ ਨਾਨਕ ਸਾਹਿਬ ਜੀ, ਤੁਸੀਂ ਆਪ ਸਿਆਣੇ ਹੋ। ਆ ਤੁਹਾਡੇ ਪਿਤਾ ਜੀ ਨੇ ਆ ਜਿਹੜਾ ਵੇਖੋ ਕਿੰਨਾ ਤੁਹਾਡੇ ਜਨੇਊ ਪਾਉਣ ਦੇ ਕਰਕੇ ਵੀ ਤੁਹਾਨੂੰ ਜਨੇਊ ਦੀ ਰਸਮ ਕਰਾਉਣੀ ਹੈ ਤੇ ਵੇਦਾਂ ਦੀ ਵਿਧੀ ਨਾਲ ਤੁਹਾਨੂੰ ਧਰਮ ਦੇ ਵਿੱਚ ਪ੍ਰਵਿਰਤ ਕਰਨਾ ਹੈ, ਜਨੇਊ ਪਾ ਕੇ ਇਹ ਸੰਸਕਾਰ ਕਰਨਾ ਹੈ। ਫਿਰ ਵੀ ਤੁਸੀਂ ਵੇਖੋ ਤੇ ਉਹਨਾਂ ਸਾਰੀ ਤਿਆਰੀ ਕੀਤੀ। ਤੁਹਾਡੇ ਪਿਤਾ ਜੀ ਨੇ ਆ ਕਿੰਨਾ ਖਰਚ ਕੀਤਾ ਹੈ। ਜਗਿਓ ਪਵੀਤ ਹੇਤ ਲਖ ਸਰਬਾ। ਇਹ ਸਾਰਾ ਵੀ ਜਨੇਊ ਪਾਉਣਾ ਹੈ, ਇਸ ਵਾਸਤੇ ਸਾਰਾ ਖਰਚ ਕੀਤਾ, ਤੁਸੀਂ ਜਾਣੋ। ਨਹ ਪਹਿਰੋ ਤਬ ਹੋਏ ਅਕਾਜੂ। ਜੇ ਗੁਰੂ ਨਾਨਕ ਸਾਹਿਬ ਜੀ ਹੁਣ ਇੰਨੇ ਲੋਕ ਛਤਰੀ ਬ੍ਰਾਹਮਣ ਵਿਦਵਾਨ ਇਕੱਠੇ ਹੋਏ ਹੈ, ਤੇ ਜੇ ਤੁਸੀਂ ਇਹ ਜਨੇਊ ਨਹੀਂ ਪਾਉਂਦੇ ਤੇ ਇਹ ਤੇ ਸਾਰਾ ਕੀਤਾ ਕਰਾਇਆ ਅਸਫਲ ਹੋ ਜਾਏਗਾ, ਬਿਨਾਂ ਕੰਮ ਤੋਂ ਹੀ ਹੋ ਜਾਏਗਾ ਵਿਅਰਥ। ਜੋ ਤੁਮਰੇ ਪਿਤ ਕੀਨ ਸਮਾਜੂ। ਜੋ ਤੁਹਾਡੇ ਪਿਤਾ ਜੀ ਨੇ ਆ ਕਿੰਨਾ ਸਮਾਨ ਇਕੱਠਾ ਕੀਤਾ ਹੈ, ਕਿੰਨਾ ਸਮਾਜ ਤੁਹਾਡੇ ਰਿਸ਼ਤੇਦਾਰ ਆਏ ਹੈ। ਤੁਹਾਡੇ ਵੇਖੋ ਕਿੰਨਾ ਸਾਰਾ ਨਗਰ ਆਇਆ, ਬ੍ਰਾਹਮਣ ਛਤਰੀ ਵਿਦਵਾਨ ਪੰਡਿਤ ਸਾਰੇ ਆਏ ਹੈ। ਇਹ ਜਿੰਨਾ ਕੀਤਾ ਹੋਇਆ ਸਮਾਜ ਹੈ, ਤੁਹਾਡੇ ਪਿਤਾ ਨੇ ਇਕੱਠਾ ਕੀਤਾ ਹੋਇਆ, ਇਹ ਸਾਰਾ ਵਿਅਰਥ ਹੋ ਜਾਊਗਾ। ਦਿਜ ਬਾਹਜ ਸਭ ਤੁਮ ਘਰ ਆਵਾ। ਆ ਕਿੰਨੇ ਜਿਹੜੇ ਛਤਰੀ ਹੈ, ਕਿੰਨੇ ਬ੍ਰਾਹਮਣ ਹੈ, ਵੇਖੋ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਘਰ ਆਏ ਹੋਏ ਇਸ ਕੰਮ ਵਾਸਤੇ। ਪਹਿਰੋ ਜੰਨੂ ਜਗਤ ਸੁਹਾਵਾ। ਜੋ ਦੁਨੀਆ ਵਿੱਚ ਬੜਾ ਸੋਭਨੀਕ ਹੋ ਰਿਹਾ ਹੈ, ਜੰਨੂ ਜਨੇਊ ਉਹ ਤੁਸੀਂ ਪਹਿਨ ਲਓ, ਪਾ ਲਓ। ਜੋ ਨਿਜ ਕੁਲ ਕੀ ਚਲਹਿ ਨਾ ਚਾਲੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਥੋੜਾ ਡਰਾਵਾ ਜਿਹਾ ਵੀ ਦਿੰਦੇ ਐ, ਇਵੇਂ ਸਮਝਾਉਣ ਲਈ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਜਿਹੜਾ ਆਪਣੇ ਕੁਲ ਦੀਆਂ ਚਾਲੇ
ਚਾਲ ਨਾਲ, ਰੀਤੀ ਮਰਿਆਦਾ ਨਾਲ ਨਹੀਂ ਨਾ ਚੱਲਦਾ ਬੱਚਾ। ਜਾਤ ਪਾਤ ਤਿਹ ਕਰੈ ਨਿਰਾਲੇ। ਉਸ ਦੀ ਜਿਹੜੀ ਜਾਤ ਪਾਤ ਹੈ, ਸਾਰਾ ਪਰਿਵਾਰ ਹੈ, ਇਵੇਂ ਸਗੇ ਸੰਬੰਧੀ ਹੈ, ਉਸ ਕੁਲ ਦੇ ਉਸ ਨੂੰ ਵੱਖਰਾ ਕਰ ਦਿੰਦੇ, ਉਹਨੂੰ ਫਿਰ ਨਾਲ ਨਹੀਂ ਬਹਿਣ ਦਿੰਦੇ। ਕਹਿੰਦੇ ਤੇ ਨਿਗੁਰਾ ਹੈ ਨੇ ਤੇ ਹਜੇ ਛਤਰ ਪੁਣੇ ਦਾ ਧਾਰਨ ਵਾਸਤੇ ਤੇ ਨੇ ਜਨੇਊ ਨਹੀਂ ਪਾਇਆ ਹੈ, ਹਜੇ ਤੇ ਬ੍ਰਾਹਮਣ ਹੋਣ ਵਾਸਤੇ ਧਰਮ ਵਿੱਚ ਪਰਵਿਰਤ ਨਹੀਂ ਹੋਇਆ, ਜਨੇਊ ਨਹੀਂ ਪਾਇਆ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਵੱਖਰਾ ਕਰ ਦਿੰਦੇ ਜਾਤ ਪਾਤ ਵਾਲੇ। ਨਰ ਸੰਪੂਰਨ ਅਰ ਪਰਿਵਾਰ। ਇਵੇਂ ਸਾਰੇ ਜਿਹੜੇ ਲੋਕ ਹੈ ਤੇ ਸਾਰਾ ਪਰਿਵਾਰ। ਹਰਖੈ ਉਰ ਕਰ ਰਹੋ ਗਰ ਧਾਰੂ। ਗੁਰੂ ਨਾਨਕ ਸਾਹਿਬ ਜੀ ਤੁਸੀਂ ਆ ਗਲ ਵਿੱਚ ਪਾ ਲਓ ਜਨੇਊ ਨੂੰ, ਤੇ ਸਾਰੇ ਜਿਹੜਾ ਬੜਾ ਖੁਸ਼ ਹੋਣਗੇ ਕਿ ਇਹ ਤੇ ਗੱਲ ਬਣ ਗਈ ਹੈ। ਨਾਤ ਸਭ ਕੋ ਬਦਿਓ ਹੁਲਾਸਾ। ਆ ਵੇਖੋ ਜਿਹੜਾ ਸਾਰਿਆਂ ਦੇ ਦਿਲਾਂ ਵਿੱਚ ਬੜੀ ਹੁਲਾਸਾ, ਖੁਸ਼ੀ, ਆਨੰਦ ਵਧਿਆ ਹੋਇਆ ਨਾ। ਜੇ ਤੁਸਾਂ ਨੇ ਜਨੇਊ ਨਹੀਂ ਪਾਇਆ ਤੇ ਜੇ ਤੁਸਾਂ ਨੇ ਇਵੇਂ ਨਹੀਂ ਕੀਤਾ, ਮਿਟ ਜਹ ਮਨ ਹੋਏ ਉਦਾਸਾ। ਨਹੀਂ ਤਾਂ ਜਿਹੜਾ ਆ ਸਾਰਿਆਂ ਦੇ ਦਿਲਾਂ ਵਿੱਚ ਹੁਲਾਸਾ, ਆਨੰਦ ਵਧਿਆ ਹੋਇਆ ਹੈ, ਇਹ ਸਾਰਾ ਮਿਟ ਜਾਊਗਾ ਤੇ ਮਨਾਂ ਵਿੱਚ ਉਦਾਸ ਉਪਰਾਮ ਹੋ ਜਾਣਗੇ ਵੀ ਇਹ ਤੇ ਛੋਟਾ ਜਿਹਾ ਬੱਚਾ ਗੱਲ ਹੀ ਨਹੀਂ ਮੰਨਦਾ। ਇੱਕ ਵਾਰ ਗਰ ਪਾਏ ਜਨੇਊ। ਗੁਰੂ ਨਾਨਕ ਸਾਹਿਬ ਜੀ ਤੁਸੀਂ ਇੱਕ ਵਾਰ ਸਾਡੀ ਗੱਲ ਮੰਨ ਲਓ ਤੇ ਇਹ ਜਿਹੜਾ ਜਨੇਊ ਪਾ ਲਓ। ਇਵੇਂ ਗੁਰੂ ਨਾਨਕ ਸਾਹਿਬ ਜੀ ਦਾ ਸਾਧ ਸੰਗਤ ਜੀ ਜਿਹੜਾ ਅਸੀਂ ਕਥਾ ਕਰਦਿਆਂ ਗੁਰੂ ਗੁਰੂ ਮਹਾਰਾਜ ਦਾ ਨਾਮ ਲੈਂਦੇ ਤੇ ਅਸੀਂ ਲੈਂਦੇ ਹਾਂ। ਜਦੋਂ ਉਸ ਵਕਤ ਇਹ ਸਾਰੀ ਕਥਾ ਚੱਲ ਰਹੀ ਸੀ, ਉਹਨਾਂ ਨੂੰ ਇੰਨੀ ਗਿਆਤ ਨਹੀਂ ਸੀ। ਉਹ ਕੋਈ ਵਿਰਲਾ ਪੰਡਿਤ ਹਰਦਿਆਲ ਵਰਗੇ ਸੀ ਜਿਹੜੇ ਗਿਆਤ ਵਾਲੇ ਹੈ। ਤੇ ਇਹ ਜੇ ਤੇ ਆਪਾਂ ਕਥਾ ਵਿੱਚ ਗੁਰੂ ਜੀ ਦਾ ਸਤਿਕਾਰ ਕਰਕੇ ਆਪਾਂ ਗੁਰੂ ਗੁਰੂ ਸ਼ਬਦ ਲਾਉਂਦੇ, ਉਂਝ ਤੇ ਉਹ ਆਪਣੀ ਬੋਲੀ ਵਿੱਚ ਹੀ ਬੋਲਦੇ ਸੀ। ਵੇਖੋ ਤੁਸੀਂ ਬਚਨ ਕਿਉਂ ਨਹੀਂ ਮੰਨਦੇ ਆ, ਆਪਣੀ ਕਿਉਂ ਮਰਜ਼ੀ ਕਰਦੇ ਹੋ। ਇਵੇਂ ਉਹ ਕਥਾ ਮੁਤਾਬਕ ਜਿਵੇਂ ਉਹ ਕਵੀ ਜੀ ਨੇ ਪੂਰਾ ਉਹ ਨਕਸ਼ਾ ਉਤਾਰਿਆ ਹੈ, ਕਿਸੇ ਵੇਲੇ ਬਚਨ ਉਸ ਦੇ ਮੁਤਾਬਕ ਕਰੀਦਾ ਹੈ। ਨਹੀਂ ਤਾਂ ਕਈਆਂ ਦੇ ਮਨ 'ਚ ਸੁਣ ਸੁਣਾ ਕੇ ਆ ਜਾਂਦੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਵੇਖੋ ਜੀ ਇਹ ਤਾਂ ਸਤਿਕਾਰ ਨਹੀਂ ਕਰਦੇ, ਬਾਬਾ ਕਲਿਆਣ ਚੰਦ ਜੀ ਦਾ ਨਾਮ ਅਧੂਰਾ ਲਿਆ ਹੈ। ਉਹ ਗੱਲ ਨਹੀਂ ਹੈ, ਉਹ ਤੇ ਤਾਂ ਲਿਆ ਜਾਂਦਾ ਹੈ। ਨਹੀਂ ਤੇ ਭਾਈ ਸੰਤੋਖ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਹੈ, ਜੇ ਉਹ ਵੀ ਇਹ ਗੱਲ ਨੂੰ ਜਾਣਦੇ ਹੈ ਵੀ ਕਿਵੇਂ ਲਿਖਣਾ ਹੈ ਕਿਵੇਂ ਨਹੀਂ ਲਿਖਣਾ ਹੈ। ਪਰ ਇਹ ਤਾਂ ਇਵੇਂ ਹੈ ਜੇ ਸਾਧ ਸੰਗਤ ਜੀ ਜਿਵੇਂ ਨਕਸ਼ਾ ਪੂਰਾ ਹੀ ਉਤਾਰਿਆ ਹੈ ਉਸ ਸਮੇਂ ਦਾ, ਜਿਵੇਂ ਉਸ ਤਰ੍ਹਾਂ ਗੱਲਬਾਤ ਹੁੰਦੀ ਰਹੀ ਹੈ। ਭਾਈ ਸੰਤੋਖ ਸਿੰਘ ਜੀ ਉਸੇ ਤਰ੍ਹਾਂ ਹੀ ਸਾਰਾ ਲਿਖਿਆ ਹੋਇਆ ਹੈ। ਕਈ ਵਿਦਵਾਨ ਉਸੇ ਨਕਸ਼ੇ ਮੁਤਾਬਕ ਕਥਾ ਕਰਦੇ ਤੇ ਐਨ ਪੂਰਾ ਦ੍ਰਿਸ਼ ਅੱਖਾਂ ਅੱਗੇ ਆ ਜਾਂਦਾ ਹੈ। ਇਵੇਂ ਹੁਣ ਜਿਹੜੇ ਸਾਰੇ ਬ੍ਰਾਹਮਣ ਇਕੱਠੇ ਹੋਏ ਹੈ, ਕਿਉਂਕਿ ਏਡੀ ਰਸਮ ਕੀਤੀ ਹੈ, ਸਿੱਧਾ ਟੋਕ ਟਾਕ ਕੇ ਗੁੱਸੇ ਨਾਲ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਪਾਉਂਦੇ ਕਿ ਨਹੀਂ ਪਾਉਂਦੇ ਹੋ। ਤੋ ਹੁਣ ਪਰਿਵਾਰ ਕਿੰਨੇ ਇਕੱਠੇ ਹੋਏ ਹੈ, ਤੇ ਉਹ ਇਸ ਕਰਕੇ ਥੋੜ੍ਹੇ ਨਿਮਾਣੇ ਜਿਹੇ ਹੋ ਕੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਦੇ ਤੁਸੀਂ ਜਨੇਊ ਪਾ ਲਓ। ਪੁੰਨ ਕਰੀਏ ਇੱਛਾ ਉਰਜੇਉ। ਫਿਰ ਹਿਰਦੇ ਵਿੱਚ ਤੁਹਾਡੀ ਜੋ ਵੀ ਇੱਛਾ ਹੈ, ਚਾਹਨਾ ਹੈ, ਉਹ ਤੁਸੀਂ ਉਵੇਂ ਕਰ ਲਈਏ, ਤੁਹਾਡੀ ਮਰਜ਼ੀ ਹੈ। ਬਾਅਦ ਵਿੱਚ ਪਾਓ ਜਾਂ ਨਾ ਪਾਓ। ਅਸ ਸੁਣ ਕਰ ਗਿਆਤਨ ਕੈ ਬੈਣਾ। ਐਸਾ ਸੁਣ ਕਰਕੇ ਸਾਰੇ ਸੰਬੰਧੀ ਜਿਹੜੇ ਰਿਸ਼ਤੇਦਾਰ ਸਮਝਾ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿ ਰਹੇ ਹੈ ਆਪਣੀ ਵੱਲੋਂ ਸਮਝਾ ਰਹੇ ਹੈ, ਪਰ ਮਹਾਰਾਜ ਜੀ ਤੇ ਸਮਝਾਉਂਦੇ ਹੈ। ਗੁਰੂ ਜੀ ਨੂੰ ਕਿਹਨੇ ਸਮਝਾਉਣਾ ਹੈ। ਇਵੇਂ ਸਾਰਿਆਂ ਦੇ ਬਚਨ ਸੁਣ ਕੇ ਸੰਬੰਧੀਆਂ ਦੇ ਗੁਰੂ ਨਾਨਕ ਸਾਹਿਬ ਜੀ ਪੁਨ ਬੋਲੇ ਸ੍ਰੀ ਪੰਕਜ ਨੈਣਾ। ਜਿਨ੍ਹਾਂ ਦੇ ਨੇਤਰ ਆ ਕਮਲ ਦੀਆਂ ਪੱਤੀਆਂ ਵਰਗੇ ਚੌੜੇ ਹੈ, ਗੁਰੂ ਨਾਨਕ ਸਾਹਿਬ ਜੀ ਫਿਰ ਉਪਦੇਸ਼ ਕਰਦੇ ਹੋਏ ਬਚਨ ਬੋਲੇ। ਸ੍ਰੀ ਮੁਖ ਵਾਕ ਮਹੱਲਾ ਪਹਿਲਾ। ਮਹੱਲਾ ਪਹਿਲਾ। ਪਹਿਲੇ ਨਾਮ ਪਹਿਲੀ ਪਾਤਸ਼ਾਹੀ ਪਹਿਲੇ ਸਰੂਪ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ। ਲੱਖ ਚੋਰੀਆ ਲੱਖ ਜਾਰੀਆ। ਮਹਾਰਾਜ ਸਕੇ ਸੰਬੰਧੀਆਂ ਦੇ ਸਮੇਤ ਪੰਡਤ ਹਰਦਿਆਲ ਜੀ ਨੂੰ ਤੇ ਛਤਰੀਆਂ ਨੂੰ, ਬ੍ਰਾਹਮਣਾਂ ਨੂੰ, ਜਿੰਨੇ ਇਕੱਠੇ ਹੋਏ ਸਾਰਿਆਂ ਨੂੰ ਕਹਿ ਰਹੇ, ਹੈ ਬ੍ਰਾਹਮਣੋ, ਹੈ ਸਾਰੇ ਸੁਣੋ ਕਿ ਜੇ ਜਨੇਊ ਪਾ ਕੇ ਆ ਲੱਖਾਂ ਚੋਰੀਆਂ ਕਰਨੀਆਂ ਹੈ ਤੇ ਲੱਖਾਂ ਹੀ ਜਾਰੀਆਂ ਕਰਨੀਆਂ, ਵਿਭਚਾਰ ਕਮਾਉਣੇ ਜਨੇਊ ਪਾ ਕੇ। ਲੱਖ ਕੂੜੀਆ ਲੱਖ ਗਾਲ। ਲੱਖਾਂ ਹੀ ਝੂਠ ਬੋਲਣੇ ਐ ਜਨੇਊ ਪਾ ਕੇ, ਤੇ ਫਿਰ ਲੱਖਾਂ ਹੀ ਗੱਲਾਂ ਕਰੀ ਜਾਣੀਆਂ ਹੈ ਫਾਲਤੂ ਦੀਆਂ, ਜਾਂ ਲੱਖਾਂ ਹੀ ਗਾਲਾਂ ਕੱਢਣੀਆਂ ਲੋਕਾਂ ਨੂੰ। ਲੱਖ ਠੱਗੀਆਂ ਪਹਿਨਾਮੀਆਂ। ਤੇ ਲੱਖਾਂ ਹੀ ਠੱਗੀਆਂ ਮਾਰਨੀਆਂ, ਝੂਠ ਫਰੇਬ ਬੋਲ ਬੋਲ ਕੇ ਆਪਣਾ ਘਰ ਭਰਨ ਵਾਸਤੇ, ਪਹਿਨਾਮੀਆਂ ਕਿ ਲੁਕੋਸ਼ ਪੋ ਕਰਨਾ, ਮਾੜੇ ਕੰਮ ਕਰਨੇ, ਫਿਰ ਉਹਨਾਂ ਨੂੰ ਲੁਕਾਉਣਾ ਜਨੇਊ ਪਾ ਕੇ। ਲੱਖ ਠੱਗੀਆਂ ਪਹਿਨਾਮੀਆਂ ਕਿ ਲੱਖਾਂ ਹੀ ਠੱਗੀਆਂ ਕਰਨੀਆਂ, ਬਹਿਮਾਨੀਆਂ ਕਰਨੀਆਂ ਤੇ ਉਹਨਾਂ ਨੂੰ ਛੁਪਾਉਣਾ। ਰਾਤ ਦਿਨ ਜੀਵ ਨਾਲ। ਇਹ ਜੀਵ ਇਵੇਂ ਕੁਝ ਕਰਦਾ ਹੈ ਰਾਤ ਦਿਨ ਜੀ ਦੇ ਨਾਲ। ਤਗ ਕਪਾਹੋ ਕੀਤੀਐ ਬਾਹਮਣ। ਤਗ ਕਪਾਹੋ ਕੀਤੀਆ। ਤਗ ਕਪਾਹੋ ਕੀਤੀਆ। ਦਿਖ ਨਹੀਂ ਦਿਆ। ਤਗ ਕਪਾਹੋ ਕੱਤੀ ਹੈ, 3-4 ਵਾਰ ਪੜ੍ਹਨ ਕਰਕੇ ਪਤਾ ਨਹੀਂ ਲੱਗਣ ਡੇ। ਤਗ ਕਪਾਹੋ ਕੱਤੀ ਹੈ। ਮਹਾਰਾਜ ਕਹਿੰਦੇ, ਹੇ ਬ੍ਰਾਹਮਣ, ਕਿ ਆ ਜਿਹੜੀ ਕਪਾਹ ਦੇ ਰੁੱਖ ਤੋਂ ਟੀਂਡਾ ਜਿਹਾ ਤੋੜ ਕੇ ਹੱਥਾਂ ਨਾਲ ਕਪਾਹ ਕੱਢ ਕੇ ਤੇ ਆ ਤੇ ਜਿਹੜਾ ਜਨੇਊ ਸੂਤ ਜਿਹਾ ਕੱਤ ਲੈਣਾ ਧਾਗਾ ਜਿਹਾ ਬਣਾ ਕੇ। ਬਾਹਮਣ ਵੱਟੇ ਆਏ। ਜਦੋਂ ਬਾਹਮਣ ਆਉਂਦਾ ਹੈ ਤੇ ਉਹਨੂੰ ਆ ਕੇ ਵੱਟ ਦਿੰਦਾ, ਵੱਟ ਚਾੜ ਦਿੰਦਾ ਜਨੇਊ ਬਣਾਉਣ ਵਾਸਤੇ। ਕੋਹੇ ਬੱਕਰਾ ਰਿਨ ਖਾਇਆ। ਤੇ ਫਿਰ ਇਵੇਂ ਬੱਕਰੇ ਨੂੰ ਕੋਹ ਕਰਕੇ ਤੁਹਾਡੇ ਵਰਗੇ ਜਿਹੜੇ ਰਿੰਨ ਕੇ ਖਾ ਲੈਂਦੇ ਐ। ਸਭ ਕੋ ਆਖੈ ਪਾਏ। ਤੇ ਸਾਰਿਆਂ ਨੂੰ ਕਹਿ ਦਿੰਦੇ ਵੀ ਅੱਜ ਫਲਾਣੇ ਘਰ ਜਨੇਊ ਪਾ ਦਿੱਤਾ ਹੈ, ਉਹ ਜਨੇਊ ਉਹਨੂੰ ਪੈ ਗਿਆ ਹੈ। ਧਰਮ ਦਾ ਉਹ ਸੰਸਕਾਰ ਧਾਰਨ ਕਰ ਲਿਆ, ਧਰਮੀ ਹੋ ਗਿਆ ਛਤਰੀ ਬ੍ਰਾਹਮਣ। ਇਵੇਂ ਕੋਹੇ ਬੱਕਰਾ, ਬੱਕਰੇ ਨੂੰ ਕੋਹ ਕੇ ਮਾਰਨਾ। ਇੱਥੇ ਆਪਾਂ ਤੇ ਝਟਕੇ 'ਚ ਕਈ ਆਪਣੇ ਸਿੰਘ 'ਚ ਢਕਾਉਂਦੇ ਨੇ ਵੀ ਝਟਕਾ ਕਰਦੇ ਆ। ਸਿੱਖ ਧਰਮ ਵਿੱਚ ਜਾਂ ਕਈ ਥਾਵਾਂ 'ਤੇ ਹਿੰਦੂ ਮੱਤ 'ਚ ਵੀ ਦੇਵੀ ਮੰਦਰਾਂ 'ਤੇ ਇਵੇਂ ਉਹ ਭੇਟਾ ਦਿੰਦੇ ਤੇ ਸ਼ਸਤਰ ਮਾਰ ਕੇ ਤੇ ਬੱਕਰੇ ਦਾ ਸਿਰ ਲਾਉਂਦੇ ਇੱਕ ਝਟਕੇ 'ਚ। ਇੱਧਰ ਜੰਮੂ ਕਸ਼ਮੀਰ ਕੁੱਲੂ ਮਨਾਲੀ ਵੱਲ ਬੱਕਰੇ ਦੇ ਮੂੰਹ 'ਚ ਕੱਪੜਾ ਦੇ ਕੇ, ਫਿਰ ਪਿੱਠ 'ਚ ਕੱਪੜਾ ਦੇ ਕੇ ਤੇ ਉਹਨੂੰ ਉਹਦਾ ਸਾਹ ਬੰਦ ਕਰਕੇ ਮੁੱਕੀਆਂ ਮਾਰ ਮਾਰ ਕੇ ਉਹਨੂੰ ਮਾਰਦੇ ਆ। ਬੜਾ ਔਖਾ ਮਾਰਦੇ ਕੋਹ ਕੇ। ਉਹ ਬੱਕਰੇ ਨੂੰ ਕੋਣਾ ਹੁੰਦਾ ਹੈ। ਇੱਧਰ ਇੱਕ ਮੁਸਲਮਾਨ ਮਾਰਦੇ, ਅੱਖੀਂ ਵੀ ਵੇਖੇ ਐ। ਉਹ ਛੁਰੀ ਫੇਰਦੇ ਬੱਕਰੇ ਨੂੰ, ਪਹਿਲਾਂ ਪਾਣੀ ਪਿਆਉਂਦੇ ਐ। ਪਾਣੀ ਪਿਆ ਕੇ ਕਲਮਾ ਪੜ੍ਹ ਕੇ ਫਿਰ 2 ਜਾਣੇ ਇੱਕ ਜਣਾ ਨੂੰ ਲੱਤਾਂ ਤੋਂ ਫੜ ਕੇ ਉਲਟਾ ਕੇ ਥੱਲੇ ਮਾਰਦੇ, ਸੁੱਟ ਦਿੰਦੇ ਐ। ਉੱਤੇ ਬਹਿ ਕੇ ਛੁਰੀ ਫੇਰਦੇ ਥੋੜ੍ਹੀ ਜਿਹੀ, ਭਾਵ ਜਿਹਦੇ ਨਾਲ ਬੱਕਰਾ ਉੱਠ ਨਾ ਸਕੇ। ਫਿਰ ਉਹਦਾ ਜਿੰਨਾ ਪੀਤਾ ਹੋਇਆ ਪਾਣੀ, ਖੂਨ ਉਹਦੀ ਪਰਲ ਬਾਹਰ ਆ ਜਾਂਦਾ ਗਲ ਥਾਣੀ। ਬੱਕਰੇ ਦੀ ਬੜੀ ਜਾਨ ਔਖੀ ਨਿਕਲਦੀ, ਤੜਫਦਾ ਹੈ। ਫਿਰ ਉਹਦੀ ਗਰਦਨ ਕੱਟਦੇ। ਇਵੇਂ ਉਹ ਕੋਣਾ ਹੁੰਦਾ ਬੱਕਰੇ ਨੂੰ। ਜਿਹੜਾ ਸ਼ਸਤਰ ਨਾਲ ਮਾਰ ਮਾਰੀ ਝਟਕੇ ਮਾਤਰ ਉਹਦੀ ਜਾਨ ਛੇਤੀ ਨਿਕਲ ਜਾਂਦੀ। ਜਿਹੜਾ ਕੋਣਾ ਉਹ ਬਹੁਤ ਮਾੜਾ ਹੈ। ਮਹਾਰਾਜ ਕਹਿੰਦੇ, ਪੰਡਤ ਹਰਦਿਆਲ ਜੀ, ਸਾਰੇ ਬ੍ਰਾਹਮਣੋ, ਛਤਰੀਓ, ਸਰਬੰਧੀਓ, ਇਵੇਂ ਤੁਹਾਡੇ ਵਰਗੇ ਜਿਹੜੇ ਆ ਬੱਕਰੇ ਨੂੰ ਕੋਹ ਕੇ ਤੇ ਫਿਰ ਉਹਨੂੰ ਰਿੰਨ ਕੇ ਚੰਗੀ ਤਰ੍ਹਾਂ ਖਾ ਲੈਂਦੇ ਆ। ਤੇ ਕਹਿੰਦੇ ਜੀ ਸਭ ਕੋ ਆਖੈ ਪਾਏ, ਸਭ ਨੂੰ ਕਹਿੰਦੇ ਜਨੇਊ ਪਾ ਦਿੱਤਾ ਹੈ। ਐਵੇਂ ਉਹ ਰਸਮ ਕਰ ਦਿੱਤੀ, ਧਰਮ 'ਚ ਪ੍ਰਵਿਰਤ ਹੋ ਗਿਆ, ਛਤਰੀ ਬਣ ਗਿਆ, ਬ੍ਰਾਹਮਣ ਬਣ ਗਿਆ ਹੈ। ਹੋਏ ਪੁਰਾਣਾ ਸੁੱਟੀਐ। ਫਿਰ ਹੇ ਬ੍ਰਾਹਮਣ, ਉਹ ਜਿਹੜਾ ਜਨੇਊ ਇੰਨੇ ਜਪ ਕਰਕੇ ਪਾਇਆ, ਜਦੋਂ ਪੁਰਾਣਾ ਹੋ ਜਾਂਦਾ ਤੇ ਫਿਰ ਉਹਨੂੰ ਸੁੱਟ ਦਿੱਤਾ ਜਾਂਦਾ ਹੈ। ਪੀ
ਫਿਰ ਪਾਈਐ ਹੋਰ। ਫਿਰ ਮਗਰੋਂ ਹੋਰ ਪਾਇਆ ਜਾਂਦਾ ਵੀ ਉਹ ਪੁਰਾਣਾ ਹੋ ਗਿਆ, ਚਲੋ ਨਵਾਂ ਕੱਤੀਏ, ਨਵਾਂ ਹੁਣ ਸੂਤ ਦਾ ਬਣਾ ਕੇ ਪਾਈਏ, ਦੂਸਰਾ ਪਾਇਆ ਜਾਂਦਾ ਫਿਰ। ਨਾਨਕ ਤਗ ਨਾ ਟੁੱਟਈ। ਹੇ ਬ੍ਰਾਹਮਣ ਪੰਡਿਤ ਹਰਦਿਆਲ ਜੀ, ਸਕੇ ਸੰਬੰਧੀਓ ਸੁਣ ਲਓ, ਜਿਹੜਾ ਜਨੇਊ ਅਸਲ ਹੈ ਨਾ, ਗਿਆਨ ਦਾ ਜਨੇਊ, ਨਾਮ ਦਾ ਜਨੇਊ, ਸ਼ੁਭ ਗੁਣ ਦਾ ਜਨੇਊ, ਉਹ ਨਹੀਂ ਟੁੱਟਦਾ। ਜੇ ਤਗ ਹੋਵੇ ਜੋਰ। ਉਹ ਤਗ ਜਨੇਊ ਨਹੀਂ ਟੁੱਟਦਾ ਜਿਹਦੇ ਵਿੱਚ ਜੇ ਜ਼ੋਰ ਹੋਵੇ। ਜੇ ਤਗ ਹੋਵੇ ਜ਼ੋਰ, ਜੇ ਜਨੇਊ 'ਚ ਜ਼ੋਰ ਹੋਵੇ, ਜਨੇਊ 'ਚ ਤਾਕਤ ਹੋਵੇ, ਟੁੱਟਦਾ ਨਹੀਂ ਹੈ। ਉਹ ਕਿਹੜਾ ਜਨੇਊ ਨਹੀਂ ਟੁੱਟਦਾ? ਗਿਆਨ ਦਾ ਜਨੇਊ, ਸ਼ੁਭ ਗੁਣਾਂ ਦਾ ਜਨੇਊ, ਨਾਮ ਦਾ ਜਨੇਊ, ਜਿਹੜਾ ਹਿਰਦੇ ਰੂਪੀ ਕੰਠ 'ਚ ਪਾਇਆ ਹੁੰਦਾ ਹੈ। ਚੌਪਈ ਲੋਕਾ ਰੀਤ ਜੋ ਜਗਿਓ ਪਵੀਤਾ। ਇਹ ਤੇ ਬ੍ਰਾਹਮਣ ਜੀ ਜਿਹੜੀ ਇਹ ਤੇ ਜਗਿਓ ਪਵੀਤ ਜਿਹੜਾ ਜਨੇਊ ਨਾ ਇਹੋ ਜਿਹਾ ਪਾਉਣਾ, ਇਹ ਤੇ ਲੋਕਾਂ ਦੀ ਰੀਤ ਹੈ, ਲੋਕ ਦਿਖਾਵਾ ਸਾਰਾ। ਹੋਤ ਪੁਰਾਤਨ ਟੂਟਤ ਨੀਤਾ। ਜਦੋਂ ਇਹ ਪੁਰਾਣਾ ਹੋ ਜਾਂਦਾ ਹੈ ਤੇ ਟੁੱਟ ਜਾਂਦਾ ਹੈ। ਬਹਰ ਬਹਰ ਲੈ ਅਵਰ ਸੋ ਪਾਵਾ। ਐਵੇਂ ਇਹ ਪੁਰਾਣਾ ਵੀ ਹੁੰਦਾ, ਹਮੇਸ਼ਾ ਟੁੱਟਦਾ ਵੀ ਰਹਿੰਦਾ ਹੈ, ਫਿਰ ਬੌਰ ਬੌਰ ਮੁੜ ਮੁੜ ਹੋਰ ਲੈ ਕੇ ਇਹ ਜੀਵ ਪਾਉਂਦਾ ਰਹਿੰਦਾ। ਜਗ ਮਿਥਿਆ ਤਸ ਬਨਿਓ ਬਨਾਵਾ। ਜਿਵੇਂ ਜਗਤ ਮਿਥਿਆ ਹੈ, ਝੂਠਾ ਹੈ, ਜਗਤ ਦੀ ਬਣਾਈ ਹੋਈ ਬਨਾਵਟ ਬਣੀ ਹੋਈ ਹੈ ਝੂਠੀ, ਇਵੇਂ ਇਹ ਜਗਤ ਦੇ ਵਿੱਚ ਬਣਾਇਆ ਹੋਇਆ ਜਨੇਊ ਵੀ ਜਿਹੜਾ ਝੂਠਾ ਹੀ ਬਣਾਵਟ ਇਹਦੀ। ਜੇਕਰ ਹੋਵੈ ਜੋਰ ਜਨੇਊ। ਬ੍ਰਾਹਮਣ ਪੰਡਿਤ ਹਰਦਿਆਲ ਜੀ, ਜੇਕਰ ਇਹ ਜਨੇਊ ਵਿੱਚ ਜ਼ੋਰ ਹੋਵੇ, ਤਾਕਤ ਹੋਵੇ। ਮੁਝ ਗਲ ਦੀਜੈ ਪਗਨ ਨਾ ਜੇਊ। ਜਿਹੜਾ ਜਨੇਊ ਕਦੀ ਟੁੱਟੇ ਨਾ ਮੇਰੇ, ਉਹ ਗਲ ਵਿੱਚ ਪੰਡਿਤ ਹਰਦਿਆਲ ਜੀ ਐਸਾ ਜਨੇਊ ਪਾ ਦਈਏ। ਮਨ ਕੁਬਾਸ਼ਨਾ ਨਾ ਸਹਰਾਸੀ। ਜਿਸ ਕਰਕੇ ਮਨ ਦੀਆਂ ਖੋਟੀਆਂ ਵਾਸ਼ਨਾ ਸਾਰੀਆਂ ਦੀਆਂ ਸਾਰੀਆਂ ਨਾਸ ਹੀ ਹੋ ਜਾਣ, ਕੋਈ ਫੁਰਨਾ ਨਾ ਫੁਰੇ ਮਨ ਵਿੱਚ। ਜਿਹਤੇ ਪਦ ਪ੍ਰਾਪਤ ਅਬਨਾਸ਼ੀ। ਉਹ ਜਨੇਊ ਪੰਡਿਤ ਜੀ ਗਿਆਨ ਦਾ ਜਨੇਊ ਪਾ ਦਈਏ, ਜਿਸ ਕਰਕੇ ਜਿਹੜੀ ਅਬਨਾਸੀ ਨਾ ਨਾਸ ਹੋਣ ਵਾਲੀ ਪਦਵੀ ਪ੍ਰਾਪਤ ਹੋ ਜਾਵੇ। ਅਸ ਬਿਦ ਸ੍ਰੀ ਨਾਨਕ ਗਤ ਦਾਨੀ। ਇਸ ਤਰ੍ਹਾਂ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਕਤੀ ਦੇ ਦਾਨੇ, ਮੁਕਤੀ ਨੂੰ ਦੇਣ ਵਾਲੇ, ਉਪਦੇਸ਼ਨ ਕੀ ਉਚਰਤ ਬਾਣੀ। ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਨ ਵਾਲੀ ਬਾਣੀ ਨੂੰ ਉਚਾਰ ਰਹੇ ਹੈ, ਜਿਹੜੀ ਬਾਣੀ ਵਿੱਚ ਉਪਦੇਸ਼ ਉਪਦੇਸ਼ ਆ, ਗਿਆਨ ਹੀ ਗਿਆਨ ਹੈ। ਬਚਨ ਬਦਤ ਬਿਪਰਨ ਬਲ ਆਈ। ਗੁਰੂ ਜੀ ਤੇ ਹੁਣ ਉਪਦੇਸ਼ ਦੀ ਬਾਣੀ ਕਹਿ ਰਹੇ ਹੈ, ਬੜੇ ਉਪਦੇਸ਼ ਗੁਰੂ ਜੀ ਕਰ ਰਹੇ ਹੈ। ਗੁਰੂ ਜੀ ਦੇ ਬਚਨ ਕਹਿੰਦਿਆਂ ਕਹਿੰਦਿਆਂ ਹੀ ਜਿਹੜੇ ਉੱਥੇ ਬ੍ਰਾਹਮਣ ਬੈਠੇ ਸੀ ਨਾ, ਵਾਵਾ ਜਾਣੇ ਇਕੱਠੇ ਹੋ ਕੇ, ਆ 5-7 ਜਾਣਿਆਂ ਨੇ ਮੱਲੋ ਮੱਲੀ ਜਗਿਓ ਪਵੀਤ ਦਿਓ ਪਹਿਰਾਈ। ਗੁਰੂ ਨਾਨਕ ਸਾਹਿਬ ਜੀ ਨੇ ਧਿੰਗੋ ਜੋਰੀ ਮੱਲੋ ਮੱਲੀ ਉਹ ਜਨੇਊ ਜਾ ਪਾਈ ਦਿੱਤਾ ਹੈ। ਤੂਸ਼ਣ ਭਏ ਤਬ ਹੈ ਸੁਖ ਸਦਨਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ, ਸਾਧ ਸੰਗਤ ਜੀ ਉਸ ਵਕਤ ਐਵੇਂ ਚੁੱਪ ਹੋ ਗਏ ਆ ਵੀ ਇਹਨਾਂ ਨੂੰ ਉਪਦੇਸ਼ ਵੀ ਕੀਤਾ ਹੈ, ਇਹਨਾਂ ਨੂੰ ਸਿੱਖਿਆ ਵੀ ਦਿੱਤੀ ਹੈ। ਇਹ ਜਿਹੜਾ ਲਾਣਾ ਹੁਣ ਇਕੱਠਾ ਹੋਇਆ ਕਿਸੇ ਨੇ ਨਹੀਂ ਸੁਣਨੀ ਹੈ, ਗਿਆਨ ਦਾ ਉਪਦੇਸ਼ ਨਹੀਂ ਲੋਕ ਸੁਣਦੇ। ਗੁਰੂ ਸੁੱਖ ਸਦਨ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ ਵੀ ਇਹਨਾਂ ਨੇ ਨਹੀਂ ਹਟਣਾ ਲੋਕਾਂ ਨੇ। ਦਿਜ ਦੰਬਨ ਕੋ ਕੀਨ ਨਿਕੰਦਨਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣਾਂ ਦਾ ਜਿਹੜਾ ਪਖੰਡ ਹੈ ਉਹਨੂੰ ਤੇ ਆ ਕੱਟ ਦਿੱਤਾ, ਨਾਸ ਕਰ ਦਿੱਤਾ ਉਪਦੇਸ਼ ਰਾਹੀਂ। ਤੇ ਛਿਨ ਹਰਖਿਓ ਉਰ ਪਰਵਾਰੂ। ਜਦੋਂ ਗੁਰੂ ਸਾਹਿਬ ਜੀ ਨੂੰ ਉਹ 5-7 ਬ੍ਰਾਹਮਣਾਂ ਨੇ ਇਵੇਂ ਹੱਥੋਂ ਪਾਈ ਜੀ ਕਰਦੇ, ਮੱਲੋ ਮੱਲੀ ਜੋਰੋ ਜੋਰੀ ਵੀ ਬਾਲਕ ਗੁਰੂ ਨਾਨਕ ਸਾਹਿਬ ਜੀ ਆ ਪਾਲੋ, ਕੁਝ ਨਹੀਂ ਹੁੰਦਾ, ਇੱਕ ਵਾਰ ਪਾਲੋ ਨਾ ਤੁਸੀਂ, ਲਾ ਦਿਓ। ਫਿਰ ਐਵੇਂ ਧੱਕੇ ਨਾਲ ਹੀ ਜਦੋਂ ਪਾ ਦਿੱਤਾ ਹੈ ਤੇ ਸਾਰੇ ਜਿਹੜਾ ਪਰਿਵਾਰ ਹੈ ਹਿਰਦੇ ਵਿੱਚ ਬੜਾ ਖੁਸ਼ ਹੋਇਆ ਵੀ ਬਣ ਗਈ ਗੱਲ ਅੱਜ। ਸਭ ਕੇ ਮਨ ਤੇ ਮਿਟਾ ਕੁਬਾਰੂ। ਸਾਰਿਆਂ ਦੇ ਮਨ ਵਿੱਚ ਜਿਹੜੀ ਖੜਬੜਾਹਟ ਪਈ ਹੋਈ ਸੀ ਨਾ ਵੀ ਆ ਤੇ ਬੜਾ
ਇੱਥੇ ਕੜਮਾਸ ਪਈ ਹੋਈ ਹੈ। ਇੰਨਾ ਜੱਗ ਕੀਤਾ, ਇੰਨੇ ਲੋਕ ਇਕੱਠੇ ਕੀਤੇ ਹੈ, ਗੁਰੂ ਨਾਨਕ ਮੰਨਦੇ ਕਿਸੇ ਦੀ ਨਹੀਂ ਹੈ। ਉਹ ਸਾਰੀ ਮਨ ਦੀ ਖੜਬੜਾਹਟ ਖੂਬ ਜਿਹਾ ਮਿਟ ਗਿਆ ਹੈ। ਬਚਨ ਸੁਨਣਾ ਕੀ ਦਿਜ ਹਰਦਿਆਲੂ। ਇਧਰੋਂ ਪੰਡਿਤ ਹਰਦਿਆਲ ਜੀ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣਨ ਦੀ ਵਟ ਲਾਲਸ ਬੋਲਿਓ ਤਿਹ ਕਾਲੂ। ਇਹਦੇ ਵਿੱਚ ਵੱਡੀ ਲਾਲਸਾ ਹੈ, ਵੱਡੀ ਚਾਹਨਾ ਹੈ। ਉਸ ਸਮੇਂ ਬੋਲਿਆ ਹੈ ਕਿਉਂਕਿ ਇਹਦੇ ਮਨ 'ਚ ਤੇ ਉਪਦੇਸ਼ ਲੈਣ ਦੀ ਚਾਹਨਾ ਸੀ ਤੇ ਦੂਜਿਆਂ ਨੂੰ ਤੇ ਗੱਲ ਦਾ ਪਤਾ ਕੋਈ ਨਹੀਂ ਹੈ। ਉਸ ਸਮੇਂ ਬੋਲਿਆ ਪੰਡਿਤ ਹਰਦਿਆਲ ਚਾਹਨਾ ਕਰਕੇ ਵੱਡੀ। ਊਚ ਕਰਮ ਤੇ ਗਿਰਾ ਉਬਾਚੀ। ਜਿਸ ਪੰਡਿਤ ਹਰਦਿਆਲ ਜੀ ਦੇ ਉੱਚੇ ਸ੍ਰੇਸ਼ਟ ਕਰਮ ਹੈ, ਉਸ ਉੱਚੇ ਕਰਮਾਂ ਉੱਚੇ ਸੁੱਚੇ ਕਰਮਾਂ ਵਾਲੇ ਬ੍ਰਾਹਮਣ ਪੰਡਿਤ ਹਰਦਿਆਲ ਜੀ ਨੇ ਆਪਣੀ ਬਾਣੀ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਹਿਰਦੇ ਸ਼ੁੱਧ ਕੋ ਇਹ ਸਭ ਸਾਚੀ। ਕਹਿਣ ਲੱਗਾ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਜਿਹੜੀ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੈ ਨਾ, ਜਿਨ੍ਹਾਂ ਦੇ ਹਿਰਦਿਆਂ 'ਚ ਮੈਲ ਨਹੀਂ ਹੈ ਵਿਕਾਰਾਂ ਦੀ, ਵਿਸ਼ਿਆਂ ਦੀ, ਪਦਾਰਥਾਂ ਦੀ, ਉਹ ਹਿਰਦੇ ਸ਼ੁੱਧਾਂ ਵਾਲਿਆਂ ਸੰਤਾਂ ਗਿਆਨੀਆਂ ਮਹਾਂਪੁਰਸ਼ਾਂ ਦੇ ਵਾਸਤੇ ਤੇ ਇਹ ਸੱਚੀ ਸੁੱਚੀ ਸਿੱਖਿਆ ਹੈ। ਜੋ ਜਗ ਕਾਨ ਸੰਖਲਾ ਸੰਗਾ। ਮਹਾਰਾਜ ਕੀ ਦਸੀਏ, ਜਿਹੜੇ ਸਾਡੇ ਵਰਗੇ ਆ ਜਗਤ ਦੇ, ਜਿਹੜੇ ਜਗਤ ਦੀ ਜਿਨ੍ਹਾਂ ਨੂੰ ਕਾਣ ਕਨੌੜ ਹੈ, ਜਗਤ ਦੀ ਜਿਹੜੇ ਵੇਖ ਕੇ ਸ਼ਰਮਸ਼ਾਰ ਕਰਦੇ, ਉਹਨਾਂ ਨੂੰ ਤੇ ਗੁਰੂ ਸਾਹਿਬ ਜੀਆਂ ਦੇ ਬੰਧਨਾਂ ਦੇ ਸੰਗਲ ਵੱਜੇ ਹੋਏ ਹੈ। ਵਰਨ ਧਰਮ ਕਰ ਸਕੈ ਨਾ ਭੰਗਾ। ਉਹ ਬੰਧਨਾਂ ਦੇ ਸੰਗਲਾਂ ਨਾਲ ਵੱਜੇ ਹੋਏ ਆ। ਲੋਕਾਂ ਦੀ ਕਾਣ ਕਨੌੜ ਮੰਨਦੇ, ਮੈਨੂੰ ਕੀ ਕਹਿਣਗੇ ਜਿਵੇਂ ਐਵੇਂ ਨਾ ਕੀਤਾ। ਮਹਾਰਾਜ ਉਹ ਤੇ ਵਰਨਾਂ ਦੇ ਧਰਮਾਂ ਨੂੰ ਕਦੀ ਭੰਗ ਹੀ ਨਹੀਂ ਕਰ ਸਕਦੇ, ਕਦੀ ਨਹੀਂ ਉਹ ਛੱਡ ਸਕਦੇ। ਪੁਨ ਨਿਜ ਮਤ ਕੋ ਜਗਿਓ ਪਵਿੱਤਾ। ਮੇਰੀ ਤੇ ਮਹਾਰਾਜ ਇਹੋ ਹੀ ਬੇਨਤੀ ਹੈ ਕਿ ਜੋ ਤੁਸੀਂ ਆਪਣੀ ਮਤ ਅਨੁਸਾਰ ਜਿਹੜਾ ਕੋਈ ਜਗਿਓ ਪਵਿੱਤ ਜਨੇਊ ਕਹਿੰਦੇ ਹੋ, ਉਚਰੋ ਬਚਨਾ ਜੋ ਹੋਤ ਪਨੀਤਾ। ਉਹ ਜਿਹੜਾ ਵੀ ਪਨੀਤ ਪਵਿੱਤਰ ਜਨੇਊ ਹੋਵੇ, ਮਹਾਰਾਜ ਉਹ ਬਚਨ ਆਪਣੇ ਮੁਖ ਤੋਂ ਉਚਾਰਨ ਕਰੋ। ਉਹ ਜਨੇਊ ਤੁਸੀਂ ਆਪਣੀ ਮਤ ਅਨੁਸਾਰ ਦੱਸੋ ਵੀ ਕਿਹੜਾ ਜਨੇਊ ਸਾਨੂੰ ਪਾਉਣਾ ਚਾਹੀਦਾ ਹੈ। ਉਹ ਪਵਿੱਤਰ ਜਿਹੜਾ ਜਿਹਦੇ ਨਾਲ ਹੋ ਜਾਈਦਾ ਹੈ, ਉਹ ਜਨੇਊ ਆਪਣੇ ਮੁਖ ਤੋਂ ਦੱਸੋ ਸਾਨੂੰ। ਸੁਨਹਿ ਸਭੈ ਦਿਜ ਬਾਹਜ ਗਿਆਤੀ। ਜਿਸ ਕਰਕੇ ਆ ਸਾਰੇ ਬ੍ਰਾਹਮਣ ਬੈਠੇ ਆ, ਛਤਰੀ ਬੈਠੇ ਆ, ਸੰਬੰਧੀ ਤੁਹਾਡੇ ਪਰਿਵਾਰ ਸਮੇਤ ਬੈਠੇ ਆ, ਉਹ ਵੀ ਐਵੇਂ ਸਾਰੇ ਸੁਣ ਲੈਣ। ਜੋ ਅਟੂਟ ਰਹਿ ਸਦਾ ਸੰਗਾਤੀ। ਜਿਹੜੇ ਵੀ ਜਿਹੜਾ ਜਨੇਊ ਆ ਟੁੱਟੇ ਨਾ, ਟੁੱਟਣ ਤੋਂ ਰਹਿਤ ਜਨੇਊ ਹੋਵੇ ਤੇ ਸਦਾ ਜਾਂ ਨਾਲ ਨਿਭਣ ਵਾਲਾ, ਸਦਾ ਹੀ ਰਹਿਣ ਵਾਲਾ। ਸੁਨਤ ਸ਼ਰੌਨ ਅਰਬਿੰਦ ਬਿਲੋਚਨ। ਜੋ ਕਦੀ ਟੁੱਟੇ ਨਾ, ਸਦਾ ਹੀ ਨਾਲ ਰਵੇ, ਇਹੋ ਜਿਹਾ ਜਨੇਊ ਮਹਾਰਾਜ ਸਾਨੂੰ ਦੱਸੋ। ਸਾਰੇ ਸੁਣ ਲੈਣ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸ਼ਰਵਣਾਂ ਵਿੱਚ ਆ ਜਿਹੜੇ ਅਰਬਿੰਦ ਬਲੋਚਨ, ਜਿਨ੍ਹਾਂ ਦੇ ਕਵਲ ਦੇ ਪੱਤਰਿਆਂ ਵਰਗੇ ਚੌੜੇ ਨੇਤਰ ਹਨ, ਬੋਲੇ ਬਾਣੀ ਬੰਦ ਵਿਮੋਚਨ। ਜੋ ਬੰਧਨਾਂ ਨੂੰ ਕੱਟਣ ਵਾਲੀ ਬਾਣੀ ਹੈ ਨਾ, ਗੁਰੂ ਨਾਨਕ ਸਾਹਿਬ ਜੀ ਉਹ ਬਾਣੀ ਬੋਲੇ ਹੈ। ਸ੍ਰੀ ਮੁਖ ਵਾਕ ਮਹੱਲਾ ਪਹਿਲਾ। ਮਹੱਲਾ ਪਹਿਲਾ। ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਸ਼ਬਦ ਰਾਹੀਂ ਉਪਦੇਸ਼ ਕਰ ਰਹੇ ਹਨ। ਨਾਏ ਮੰਨਿਆ ਪਤ ਉਪਜੈ। ਮਹਾਰਾਜ ਕਹਿੰਦੇ ਉਪਜੈ। ਗੁਰੂ ਜੀ ਕਹਿੰਦੇ ਜਿਹੜਾ ਗੁਰੂ ਪਾਸੋਂ ਨਾਮ ਪ੍ਰਾਪਤ ਕਰਕੇ ਉਹਦਾ ਜਿਹੜਾ ਮੰਨਣ ਕਰਨਾ ਹੈ, ਉਹ 'ਤੇ ਭਰੋਸਾ ਕਰਨਾ, ਉਹਦੀ ਵਿਚਾਰ ਕਰਨੀ ਹੈ, ਇਹ ਪੱਤਰੇ ਪੈਦਾ ਹੋਣੇ ਹੈ ਜਾਂ ਪੱਤ ਉਹ ਵਾਹਿਗੁਰੂ ਦੇ ਘਰ ਪੱਤ ਪੈਦਾ ਹੁੰਦੀ ਹੈ। ਸਾਲਾਹੀ ਸੱਚ ਸੂਤ। ਜਿਹੜਾ ਉਸ ਪਰਮੇਸ਼ਰ ਦੀ ਸੰਗਤ ਵਿੱਚ ਬਹਿ ਕੇ ਸਿਫਤ ਸਲਾਹ ਕਰਨੀ ਹੈ, ਇਹ ਉਸ ਸੂਤ ਦਾ ਕੱਤਣਾ ਹੈ। ਦਰਗਹ ਅੰਦਰ ਪਾਈਐ। ਇਹੋ ਜਿਹਾ ਜਿਹੜਾ ਜਨੇਊ ਨੂੰ ਪ੍ਰਾਪਤ ਕਰਨ ਵਾਸਤੇ ਸ਼ੁਭ ਗੁਣਾਂ ਦੇ ਜਨੇਊ ਨੂੰ ਸੱਚਖੰਡ ਰੂਪੀ
ਜਾਂ ਸਾਧ ਸੰਗਤ ਰੂਪੀ ਦਰਗਾਹ ਦੇ ਅੰਦਰ ਸ਼ੁਭ ਗੁਣਾਂ ਦੇ ਰਾਹੀਂ ਪਾਈਦਾ ਹੈ। ਤਗ ਨਾ ਟੂਟਸ ਪੂਤ। ਐਸਾ ਜਿਹੜਾ ਗਿਆਨ ਰੂਪੀ ਜਨੇਊ, ਸ਼ੁਭ ਗੁਣਾ ਰੂਪੀ ਜਨੇਊ, ਨਾਮ ਰੂਪੀ ਜਿਹੜਾ ਜਨੇਊ ਹੈ, ਉਹ ਵੀ ਪੰਡਿਤ ਹਰਦਿਆਲ ਜੀ ਬੜਾ ਪਵਿੱਤਰ ਹੈ। ਉਹ ਨਹੀਂ ਟੁੱਟਦਾ ਕਦੇ, ਉਹਨੂੰ ਉਸ ਜਨੇਊ ਨੂੰ ਟੁੱਟਣਾ ਨਹੀਂ ਪੈਂਦਾ, ਟੁੱਟਦਾ ਨਹੀਂ ਹੈ। ਤਗ ਨਾ ਟੂਟ ਸਪੂਤ, ਐਸਾ ਪਵਿੱਤਰ ਜਨੇਊ ਟੁੱਟਦਾ ਨਹੀਂ ਹੈ। ਇਵੇਂ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹੈ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਲਿਖਿਆ, ਜਿਹਦੇ ਵਿੱਚ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੈ। ਉਹ ਬੜਾ ਵਿਸਥਾਰ ਨਾਲ ਗ੍ਰੰਥ ਮਹਾਂਪੁਰਸ਼ਾਂ ਨੇ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ। ਉਹਦੇ ਵਿੱਚ ਇਸ ਸ਼ਬਦ ਦਾ ਥੋੜ੍ਹਾ ਖੋਲ੍ਹ ਕੇ ਇਵੇਂ ਲਿਖਿਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਕਿ ਹਿਰਦਾ ਭੂਮੀ ਜਾਣੀਏ। ਆ ਜਿਹੜਾ ਸ਼ੁੱਧ ਹਿਰਦਾ ਹੈ, ਇਹਨੂੰ ਭੂਮੀ ਕਹੀਏ, ਧਰਤੀ ਜਾਣੀ। ਸਰਦਾ ਬੀਜ ਸਮਾਨ ਪਛਾਣ। ਜਿਹੜੇ ਗੁਰੂ ਦੇ ਬਚਨਾਂ ਤੇ ਗੁਰੂ ਉੱਪਰ ਅਥਾਹ ਬੜੀ ਸ਼ਰਧਾ ਰੱਖਣੀ ਹੈ, ਇਹਨੂੰ ਉਸ ਕਪਾਹ ਦੇ ਬੂਟੇ ਦਾ ਬੀਜ ਪਛਾਣ ਲਓ, ਜਾਣ ਲਓ। ਵਿਸ਼ਵਾਸ ਪੱਤਰ ਸੁਹਾਵਣੇ। ਫਿਰ ਗੁਰੂ ਮਹਾਰਾਜ ਜੀ ਦੇ ਬਚਨਾਂ 'ਤੇ ਜਿਹੜਾ ਯਕੀਨ, ਭਰੋਸਾ, ਵਿਸ਼ਵਾਸ ਰੱਖਣਾ ਹੈ, ਇਹ ਉਸ ਕਪਾਹ ਰੂਪੀ ਬੂਟੇ ਦੇ ਜਿਹੜੇ ਪੱਤੇ ਆ ਬੜੇ ਸੋਭਨੀਕ ਹੋ ਰਹੇ ਹੈ। ਟਾਹਣੀ ਚਿੱਤ ਟਿਕਾਣ। ਜਿਹੜਾ ਗੁਰੂ ਜੀ ਦੇ ਚਰਨਾਂ ਸ਼ਬਦ ਵਿੱਚ ਚਿੱਤ ਨੂੰ ਟਿਕਾਉਣਾ ਹੈ, ਇਹ ਉਸ ਬੂਟੇ ਦੀਆਂ ਟਾਹਣੀਆਂ ਸਖਾਵਾਂ ਕਰੰਬਲ ਜਾਣ ਲਓ। ਸਤਿਗੁਰਾਂ ਦੀ ਪ੍ਰਾਪਤੀ। ਜਿਹੜੀ ਆ ਸਤਿਗੁਰਾਂ ਦੀ ਪ੍ਰਾਪਤੀ ਹੋਣੀ ਹੈ, ਟਿੰਡਾ ਲੱਗਾ ਸੋ ਜਾਣ। ਜਿਹੜੀ ਸਤਿਗੁਰਾਂ ਦੀ ਪ੍ਰਾਪਤੀ ਹੋਣੀ ਹੈ, ਵਿਸ਼ਵਾਸ ਸਾਦਾ ਭਰੋਸਾ ਕਰਕੇ, ਇਹ ਜਿਵੇਂ ਕਪਾਹ ਦੇ ਬੂਟੇ ਨੂੰ ਰੂੰ ਵਾਲਾ ਟਿੰਡਾ ਲੱਗਦਾ, ਉਹ ਲੱਗਾ ਜਾਣ ਲਓ, ਜਿਹੜੀ ਗੁਰਾਂ ਦੀ ਪ੍ਰਾਪਤੀ ਹੈ। ਇਵੇਂ ਘੜੀ ਉਪਦੇਸ਼ ਕੇ ਮਿਲਣ ਕੀ। ਜਿਹੜੀ ਗੁਰੂ ਦੇ ਦਇਆ ਜਦੋਂ ਹੁੰਦੀ ਹੈ, ਦਇਆ ਕਰਕੇ ਉਪਦੇਸ਼ ਮਿਲਣ ਦੀ ਜਿਹੜੀ ਘੜੀ ਹੈ, ਸਮਾਂ ਹੈ। ਕਪਾਹ ਭਲੀ ਪਹਿਚਾਣ। ਉਹਨੂੰ ਕਪਾਹ ਚੰਗੀ ਤਰ੍ਹਾਂ ਭਲੀ ਪ੍ਰਕਾਰ ਜਾਣ ਲਓ। ਕਪਾਹ ਦਾ ਬੂਟਾ ਪੈਦਾ ਹੋਣਾ ਹੈ, ਸਮਝ ਲਓ। ਨਾਮ ਰੂਈ ਸੁਣ ਪਿੰਜਣਾ। ਜਿਹੜਾ ਗੁਰੂ ਦੇ ਨਾਮ ਹੈ, ਇਹ ਮਨ ਉਸ ਬੂਟੇ ਨੂੰ ਰੂੰ ਲੱਗਾ ਹੋਇਆ ਹੈ। ਜਿਹੜਾ ਗੁਰੂ ਦੇ ਨਾਮ ਨੂੰ ਸੁਣਨਾ ਹੈ, ਸਰਵਣ ਕਰਨਾ ਹੈ, ਸੰਗਤ ਰਾਹੀਂ ਜਾਂ ਮਹਾਂਪੁਰਸ਼ਾਂ ਰਾਹੀਂ, ਇਹ ਉਸ ਰੂਹ ਨੂੰ ਪਿੰਜਣਾ ਜਾਣ ਲਓ, ਜਿਹੜਾ ਸੁਣਨਾ ਹੈ। ਮੰਨਣ ਪੂਣੀ ਆਣ। ਫਿਰ ਜਿਹੜਾ ਉਸ ਬਚਨਾਂ 'ਤੇ ਜਿਹੜਾ ਸੁਣ ਕੇ ਮੰਨਣਾ ਹੈ, ਭਰੋਸਾ ਕਰਨਾ, ਵਿਚਾਰ ਕਰਨੀ ਹੈ, ਇਹਨੂੰ ਪੂਣੀਆਂ ਲੈ ਕੇ ਆਉਣੀਆਂ ਜਾਣ ਲਓ। ਨਿਧਿਆਸਣ ਹੈ ਸੂਤ ਜੋ। ਫਿਰ ਜਿਹੜਾ ਸੁਣ ਕੇ ਮੰਨਣਾ, ਮੰਨ ਕੇ ਉਹਦਾ ਨਿਧਿਆਸ, ਜਿਹੜਾ ਬਾਰ-ਬਾਰ ਅਭਿਆਸ ਕਰਨਾ ਗੁਰੂ ਦੇ ਬਚਨਾਂ ਦਾ, ਗੁਰੂ ਦੇ ਸ਼ਬਦ ਦਾ, ਵਿਚਾਰ ਕਰਨੀ, ਕਮਾਈ ਕਰਨੀ ਉਹਦੀ, ਇਹਨੂੰ ਸੂਤ ਸਮਝ ਲਓ। ਸੂਤ ਕੱਤਣਾ ਪੂਣੀਆਂ ਦਾ। ਗਿਆਨ ਜਨੇਊ ਮਾਣ। ਫਿਰ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ, ਗਿਆਨ ਹੋ ਜਾਣਾ ਹੈ, ਉਹ ਜਨੇਊ ਗਿਆਨ ਦਾ ਮੰਨ ਲਓ ਵੀ ਉਹ ਮੰਨ ਲਓ ਹਿਰਦੇ ਰੂਪੀ ਕੰਠ ਦੇ ਵਿੱਚ ਸ਼ੁਭ ਗੁਣਾ ਰੂਪੀ ਜਨੇਊ, ਗਿਆਨ ਰੂਪੀ ਜਨੇਊ, ਨਾਮ ਰੂਪੀ ਜਨੇਊ ਮੰਨ ਲਓ। ਇਵੇਂ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਗੁਰਮੁਖ ਪ੍ਰਕਾਸ਼ ਵਿੱਚ ਇਵੇਂ ਲਿਖਿਆ ਹੈ। ਇੱਥੇ ਸਿੱਧਾ ਜਿਹਾ ਸਤਿਗੁਰਾਂ ਦੇ ਬਚਨ ਗਿਆਨਮਈ ਕਿ ਨਾਏ ਮੰਨਿਆ ਪਤ ਊਪਜੈ। ਜਿਹੜਾ ਗੁਰੂ ਜੀ ਪਾਸੋਂ ਨਾਮ ਪ੍ਰਾਪਤ ਕਰਕੇ ਉਹਦਾ ਮੰਨਣ ਕਰਨਾ ਹੈ, ਇਹ ਪੱਤਰੇ ਉਸ ਕਪਾਹ ਦੇ ਬੂਟੇ ਦੇ ਪੈਦਾ ਹੋਣੇ ਹੈ, ਪੱਤੇ ਲੱਗਣੇ ਹੈ। ਸਾ ਲਾਹੀ ਸੱਚ ਸੂਤ। ਜਿਵੇਂ
ਵਾਹਿਗੁਰੂ ਦੇ ਜਿਹੜੀ ਸੱਚੀ ਸਿਫਤ ਸਲਾਹ ਕਰਨੀ, ਸੰਗਤ ਵਿੱਚ ਬੈਠ ਕੇ ਇਹਦਾ ਸੂਤ ਕਤਨਾ ਜਾਣ ਲਓ। ਦਰਗਹਿ ਅੰਦਰ ਪਾਈਐ, ਜਿਹੜੀ ਗੁਰੂ ਕੀ ਸਾਧ ਸੰਗਤ ਰੂਪੀ ਦਰਗਾਹ ਹੈ ਉਹਦੇ ਅੰਦਰ ਇਹ ਸ਼ੁਭ ਗੁਣਾਂ ਦਾ ਗਿਆਨ ਦਾ ਜਨੇਊ ਪਾਇਆ ਜਾਂਦਾ ਹੈ। ਤਗ ਨਾ ਟੂਟ ਸਪੂਤ, ਇਹ ਐਸਾ ਗਿਆਨ ਦਾ ਸ਼ੁਭ ਗੁਣਾਂ ਦਾ ਨਾਮ ਦਾ ਜਨੇਊ ਹੈ, ਪਵਿੱਤਰ, ਜਿਹੜਾ ਟੁੱਟਦਾ ਨਹੀਂ ਹੈ, ਕਦੀ ਨਾਸ ਨਹੀਂ ਹੁੰਦਾ। ਹੈ ਪੰਡਤ ਹਰਦਿਆਲ ਬ੍ਰਾਹਮਣ ਚੋਪਈ ਜਿਨ ਅਸ ਪਾਇਓ ਜਗਿਓ ਪਵੀਤਾ। ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰ ਕੇ ਕਹਿੰਦੇ, ਪੰਡਤ ਹਰਦਿਆਲ ਜੀ ਹੈ ਬ੍ਰਾਹਮਣੋ, ਜਿਨ੍ਹਾਂ ਨੇ ਐਸਾ ਜਨੇਊ ਪਾਇਆ ਹੋਇਆ ਹੈ ਸੋ ਸਭ ਥਾਨ ਵਿਖੈ ਨ ਨਿਰਭੀਤਾ। ਉਹ ਸਾਰੇ ਥਾਵਾਂ ਲੋਕ ਪਰਲੋਕ ਵਿੱਚ ਭੈ ਤੋਂ ਰਹਿਤ ਹੋ ਕੇ ਰਹਿੰਦਾ ਗੁਰਮੁਖ ਸੰਤ ਭਗਤ। ਜਹਾਂ ਜਾਏ ਤਹ ਆਦਰ ਪਾਵਾ। ਜਿੱਥੇ ਉਹ ਜਾਂਦਾ ਹੈ ਉੱਥੇ ਉਹ ਆਦਰ ਸਨਮਾਨ ਵਡਿਆਈ ਪਾਉਂਦਾ। ਲੋਕ ਉਹਨੂੰ ਬਹਿ ਜਾ ਖਲੋ ਜਾ ਕਹਿੰਦੇ, ਅੱਗੇ ਪਿੱਛੇ ਫਿਰਦੇ ਉਹਦੇ। ਸਭ ਸ਼ੋਭਾ ਸੰਯੁਤ ਜਸ ਛਾਵਾ। ਸਾਰੀ ਸੋਭਾ ਦੇ ਸਹਿਤ ਉਹਦਾ ਜਸ ਛਾਇਆ ਜਾਂਦਾ ਹੈ। ਲੋਕ ਪਰਲੋਕ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ ਐਸੇ ਜਨੇਊ ਗਿਆਨ ਦੇ ਪਾਉਣ ਵਾਲੇ ਨੂੰ। ਭਗਨ ਨਾ ਹੋਏ ਸੰਗ ਰਹਿ ਸੋ। ਐਸਾ ਜਨੇਊ ਸਦਾ ਨਾਲ ਰਹਿੰਦਾ ਹੈ ਪਾਂਡੇ ਹਰਦਿਆਲ ਜੀ, ਉਹ ਕਦੇ ਭਗਨ ਨਾ ਹੋਏ, ਉਹ ਕਦੇ ਟੁੱਟਦਾ ਨਹੀਂ ਹੈ। ਭਾਗ ਜਗੇ ਤੇ ਪਹਿਰ ਹੈ ਕੋ। ਇਹ ਜਿਸ ਦੇ ਭਾਗ ਜਾਗਦੇ ਆ ਉਹੀ ਕੋਈ ਇਸ ਜਨੇਊ ਨੂੰ ਪਾਉਂਦਾ ਹੈ। ਕਾਮ ਕ੍ਰੋਧ ਮਨ ਕੀਨ ਮਲੀਨਾ। ਪੰਡਤ ਹਰਦਿਆਲ ਜੀ, ਇਸ ਕਾਮ ਨੇ, ਕ੍ਰੋਧ ਨੇ, ਵੇਖ ਲਓ ਕਿੰਨਾ ਮਨ ਮੈਲਾ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਵੇਖ ਲਓ ਸਾਧ ਸੰਗਤ ਜੀ, ਉਮਰ ਥੋੜ੍ਹੀ ਹੈ ਦੁਨਿਆਵੀ, ਅਤੇ ਗੁਰੂ ਜੀ ਨੂੰ ਤਾਂ ਕੋਈ ਨਾ ਕਾਮ ਹੈ ਨਾ ਕ੍ਰੋਧ ਹੈ। ਸੱਚੇ ਪਾਤਸ਼ਾਹ ਜੀ ਤਾਂ ਕਦੀ ਗੁੱਸਾ ਹੀ ਨਹੀਂ ਕਦੀ ਆਇਆ ਗੁਰੂ ਜੀ ਨੂੰ। ਸਾਰੀ ਰਹਿੰਦੇ ਸਵਾਸਾਂ ਤੱਕ, ਜਦੋਂ ਤੱਕ ਗੁਰੂ ਜੀ 70 ਸਾਲ ਤੱਕ ਰਹੇ ਸਰੀਰ ਵਿੱਚ, ਨਾ ਕਦੀ ਕਾਮ ਹੀ ਆਇਆ ਗੁਰੂ ਜੀ ਨੂੰ। ਅਤੇ ਇੱਥੇ ਗੁਰੂ ਜੀ ਕਹਿ ਰਹੇ, ਅਤੇ ਅਸੀਂ ਕਿਸੇ ਵੇਲੇ ਕਹਿੰਦੇ ਹਾਂ ਜੀ ਗੁਰੂ ਕਹਿੰਦੇ ਵੇਖੋ ਮੈਨੂੰ ਕਾਮ ਕ੍ਰੋਧ ਨੇ ਮੈਲਾ ਕੀਤਾ ਹੋਇਆ, ਐਵੇਂ ਅਰਥ ਕਰਦੇ ਨੇ ਪੁੱਠਾ ਹੀ, ਕਿਉਂਕਿ ਅਸੀਂ ਜਿਹੋ ਜਿਹੀ ਸਾਡੀ ਨੀਤ ਇਹੋ ਜਿਹੀ ਅਸੀਂ ਗੁਰੂ ਨੂੰ ਕਹਿ ਦਿੰਦੇ ਹਾਂ, ਜਿਹੋ ਜਿਹੇ ਅਸੀਂ ਆਪ ਉਹੋ ਜਿਹਾ ਗੁਰੂ ਨੂੰ ਸਮਝਦੇ ਹਾਂ। ਮਹਾਰਾਜ ਦੇ ਕਹਿੰਦੇ ਹੈ ਪੰਡਤ ਹਰਦਿਆਲ ਜੀ, ਵੇਖ ਲਓ ਇਹ ਜੀਵ ਦੇ ਮਨ ਨੂੰ ਆ ਕਾਮ ਕ੍ਰੋਧ ਨੇ ਕਿੰਨਾ ਮੈਲਾ ਕੀਤਾ ਹੋਇਆ ਹੈ। ਸਿਮਰ ਨਾਮ ਕੋ ਜਿਨ ਸੋਚ ਕੀਨਾ। ਆ ਜਿਨ੍ਹਾਂ ਨੇ ਆ ਨਾਮ ਸਿਮਰ ਕੇ ਸੁੱਚਾ ਕਰ ਲਿਆ, ਕਾਮ ਕ੍ਰੋਧ ਦੀ ਮੈਲ ਨੂੰ ਨਾਸ ਕਰ ਲਿਆ ਮਨ ਤੋਂ, ਤਨਹਿ ਉਚਿਤ ਇਹੋ ਯੱਗ ਪਵੀਤਾ। ਉਹਨਾਂ ਨੂੰ ਇਹ ਜਿਹੜਾ ਤੁਹਾਨੂੰ ਦੱਸਿਆ ਨਾ ਗਿਆਨ ਦਾ ਜਨੇਊ, ਉਹਨਾਂ ਨੂੰ ਇਹ ਪਾਉਣਾ ਯੋਗ ਬ੍ਰਹਮ ਗਿਆਨੀਆਂ ਸੰਤਾਂ ਨੂੰ। ਲੋਕ ਕਾਨ ਤੇ ਸੋ ਵਿਪਰੀਤਾ, ਉਹ ਬ੍ਰਹਮ ਗਿਆਨੀ ਇਹੋ ਜਿਹਾ ਜਨੇਊ ਪਾਉਣ ਵਾਲੇ ਲੋਕਾਂ ਦੀ ਕਾਣ ਕਨੌੜ ਤੋਂ ਉਹ ਉਲਟ ਹੋ ਗਿਆ। ਉਹਨਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਤਤ ਬੇਤਿਆਂ ਨੂੰ ਸੁਣ ਹਰਦਿਆਲ ਸੋ ਅਸ ਉਪਦੇਸ਼ਾ। ਸੁਣ ਕੇ ਪੰਡਤ ਹਰਦਿਆਲ ਗੁਰੂ ਜੀ ਦਾ ਐਸਾ ਗਿਆਨਮਈ ਉਪਦੇਸ਼। ਹਿਰਦੈ ਉਤਾਰ ਲਿය ਲਖ ਸਗਤੇਸ਼ਾ। ਜਗਤੇਸ਼ਾ ਸ਼ੁੱਧ ਪਾਠ, ਸਗਤੇਸ਼ਾ ਕੋਈ ਪਾਠ ਨਹੀਂ ਹੈ। ਮਹਾਰਾਜ ਕਹਿੰਦੇ ਹੈ ਹਿਰਦੇ ਧਾਰ ਲੀਏ ਲਖ ਜਗਤੇਸ਼ਾ। ਇਵੇਂ ਪੰਡਤ ਹਰਦਿਆਲ ਜੀ ਨੇ ਵੀ ਜਗਤ ਦੇ ਈਸ਼ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਉਪਦੇਸ਼ ਹਿਰਦੇ ਵਿੱਚ ਧਾਰਨ ਕਰ ਲਿਆ ਹੈ। ਧੰਨ ਧੰਨ ਪੁਨ ਧੰਨ ਵਖਾਨ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕਿ ਗੁਰੂ ਜੀ ਧੰਨ ਹੈ, ਧੰਨ ਦਾ ਜੋਗ ਹੈ, ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਐਵੇਂ ਕਹਿੰਦਾ ਜਾ ਰਿਹਾ ਹੈ, ਐਵੇਂ ਕਹੀ ਜਾ ਰਿਹਾ ਹੈ, ਧੰਨ ਹੋ ਮਹਾਰਾਜ ਤੁਸੀਂ, ਧੰਨ ਹੋ ਮਹਾਰਾਜ ਤੁਸੀਂ। ਆਪਨ ਗਤ ਤੁਮ ਆਪ ਹੈ ਜਾਨ ਹੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਸੱਚਾ ਪਾਤਸ਼ਾਹ, ਆਪਣੀ ਗਤ ਮਿੱਤ, ਆਪਣੀ ਮਿੱਤ ਮਰਿਆਦਾ ਦੇ ਅਵਸਥਾ ਤੁਸੀਂ ਜਾਣਦੇ ਹੋ, ਅਸੀਂ ਕੀ ਜਾਣੀਏ ਜਿਨ੍ਹਾਂ ਦੀ ਬੁੱਧੀ ਕੋਈ ਨਹੀਂ ਹੈ। ਅਵਰ ਨਾ ਕਾਹੂੰ ਮਹਿਮਾ ਜਾਣੀ। ਸੱਚੇ ਪਾਤਸ਼ਾਹ ਜੀ ਆਪਣੀ ਗਤ ਮਿੱਤ
ਤੁਸੀਂ ਆਪ ਹੀ ਜਾਣਦੇ ਹੋ, ਹੋਰ ਕਿਸੇ ਨੇ ਤੁਹਾਡੀ ਮਹਿਮਾ ਅੱਜ ਤੱਕ ਨਹੀਂ ਜਾਣੀ। ਕਿन्हीं ਤੇਰਾ ਅੰਤ ਨਾ ਪਾਇਆ ਪਰਮੇਸ਼ਰ। ਇੱਕ ਪ੍ਰੋਹਤ ਪਾ ਹੱਥ ਅਭਿਮਾਨੀ। ਇੱਕੋ ਪੰਡਤ ਹਰਦਿਆਲ ਸੀ, ਕਹਿੰਦੇ ਜਿਹਨੇ ਆਪਣੀ ਦੇਹ ਅਭਿਮਾਨ ਦਾ ਹੰਕਾਰ ਨਾਸ ਕੀਤਾ ਸੀ, ਬਾਕੀ ਸਾਰੇ ਉਵੇਂ ਬੈਠੇ ਹੋਏ ਐ। ਜਿਹੇ ਪਰ ਕਰਹਿ ਹੇਰ ਕਰ ਕਰਨਾ। ਜਿਸ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਦੇਖਦੇ ਆ ਕਿਰਪਾ ਕਰਕੇ। ਤਾਹੂ ਕੋ ਹਰਹੀ ਭਵ ਮਰਨਾ। ਉਸੇ ਦਾ ਇਹ ਗੁਰੂ ਜੀ ਜੰਮਣ ਮਰਨ ਆ ਨਾਸ ਕਰ ਦਿੰਦੇ। ਜਿੱਧਰ ਤੱਕਦੇ ਨਾ ਗੁਰੂ ਜੀ ਮੇਰ ਦੀ ਨਜ਼ਰ ਨਾਲ, ਉਹਦਾ ਇਹ ਜੰਮਣ ਮਰਨ ਕੱਟੀ ਜਾ ਰਹੇ ਐ। ਤੇ ਛਿਨ ਕਾਲੂ ਬਚਨ ਉਚਾਰਾ। ਇੱਧਰ ਦੀ ਸਾਰੀ ਰਸਮ ਹੋ ਗਈ ਹੈ, ਸੰਸਕਾਰ ਹੋ ਗਿਆ ਧਰਮ ਦਾ। ਉਸ ਸਮੇਂ ਬਾਬਾ ਕਲਿਆਣ ਚੰਦ ਜੀ ਨੇ ਵੇਖ ਕੇ ਸਭ ਨੂੰ ਬਚਨ ਕਿਹਾ। ਅਬ ਭੋਜਨ ਪਾ ਸਗਰੋ ਤਿਆਰਾ। ਪੰਡਤ ਹਰਦਿਆਲ ਜੀ ਉਹ ਸਾਰਾ ਜਿਹੜਾ ਭੋਜਨ ਹੈ ਉਹ ਤਿਆਰ ਹੋ ਗਿਆ ਹੁਣ। ਦਿਜ ਜੂ ਉਠਿਓ ਪਾਤ ਬੇਸਾਬ ਹੋ। ਹੇ ਬ੍ਰਾਹਮਣ ਜੀ ਉਠੋ ਤੇ ਆ ਸਾਰਿਆਂ ਨੂੰ ਪੰਗਤਾਂ ਵਿੱਚ ਬਿਠਾ ਦਿਓ। ਤਜ ਬਿਲੰਬ ਨਿਜ ਭੋਜਨ ਖਾਵੋ। ਇਸ ਕਰਕੇ ਹੁਣ ਅੱਗੇ ਬੜਾ ਟਾਈਮ ਹੋ ਗਿਆ, ਦੇਰੀ ਨਾ ਕਰੋ, ਸਾਰੇ ਭੋਜਨ ਜਿਹੜਾ ਖਾਓ। ਸੁਨ ਸਭ ਦਿਜ ਉਠ ਚੀਰ ਉਤਾਰੇ। ਜਦੋਂ ਇਵੇਂ ਬਾਬਾ ਕਲਿਆਣ ਚੰਦ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਕਿਹਾ ਹੈ, ਉਹ ਸਾਰੇ ਬ੍ਰਾਹਮਣਾਂ ਨੇ ਵੀ ਗੱਲ ਸੁਣ ਲਈ ਹੈ। ਜੋ ਬ੍ਰਾਹਮਣਾਂ ਦੀ ਮਰਿਆਦਾ ਹੈ, ਸੁਣ ਕਰਕੇ ਸਾਰਿਆਂ ਨੇ ਆਪਣੇ ਜਿਹੜੇ ਕੱਪੜੇ ਜੇ ਤਾਰ ਦਿੱਤੇ, ਭਾਵ ਧੋਤੀ ਹੀ ਇਕੱਲੀ ਰੱਖੀ ਹੈ। ਗਲ ਪੰਕਤ ਬੈਸੇ ਇੱਕ ਸਾਰੇ। ਇੱਕ ਸਾਰ ਇਕੱਠੇ ਹੋ ਕੇ ਐ ਬਣਾ ਸਵਾਰ ਕੇ ਬੜੀਆਂ ਸੋਹਣੀਆਂ ਪੰਗਤਾਂ ਵਿੱਚ ਬੈਠ ਗਏ ਸਾਰੇ। ਛਤਰੀ ਸਭ ਬੁਲਾਏ ਨਿਜ ਗਿਆਤੀ। ਜੋ ਬਾਬਾ ਕਲਿਆਣ ਚੰਦ ਜੀ ਨੇ ਛਤਰੀ ਤੇ ਆਪਣੇ ਗਿਆਤੀ ਸੰਬੰਧੀ ਸਾਰੇ ਬੁਲਾਏ ਹੋਏ ਸੀ। ਬਨ ਬੈਠੇ ਸੋ ਪਾਤ ਸੁਹਾਤੀ। ਛਤਰੀਆਂ ਬ੍ਰਾਹਮਣਾਂ ਐਵੇਂ ਸੰਬੰਧੀਆਂ ਨੂੰ ਬੁਲਾਇਆ ਹੈ ਵੀ ਤੁਸੀਂ ਵੀ ਆ ਕੇ ਬੈਠ ਜਾਓ। ਤੇ ਉਹ ਵੀ ਸਾਰੇ ਪੰਗਤਾਂ ਵਿੱਚ ਬੜੀ ਚੰਗੀ ਤਰ੍ਹਾਂ ਸੋਭਨੀਕ ਹੋ ਕੇ ਬਣ ਬੈਠੇ ਐ। ਅਨਕ ਭਾਂਤ ਪਾਤਰਨ ਤਰ ਆਗੇ। ਅਨੇਕਾਂ ਤਰ੍ਹਾਂ ਦੇ ਪਾਤਰਨ ਕਹੀਏ, ਭਾਂਡੇ ਜਾਂ ਜਿਹੜੇ ਪੱਤਰੇ ਜਿਹੇ ਹੁੰਦੇ ਆ, ਪੱਤਲਾਂ ਜੀਆਂ, ਉਹ ਅੱਗੇ ਰੱਖ ਕੇ। ਸੁਪਕਾਰ ਤਬ ਪਰਸਨ ਲਾਗੇ। ਸੂਪਕਾਰ ਜਦੋਂ ਜਿਹੜੇ ਰਸੋਈਏ ਤਦੋਂ ਪਰੋਸਣ ਲੱਗੇ। ਉਹ ਵੀ ਐਵੇਂ ਸਾਰੀ ਜਿਹੜੀ ਰਸੋਈ ਹੈ ਭੋਜਨ ਪਰੋਸਣ ਲੱਗੇ, ਸਭ ਦੇ ਅੱਗੇ ਪੱਤਲਾਂ ਵਿੱਚ ਪਾਉਣ ਲੱਗੇ ਐ। ਪਾਇਸ ਸਿਤਾ ਕ੍ਰਿਤ ਬਿਦ ਸੰਗਾ। ਜਿਹੜੀ ਖੀਰ ਹੈ ਤੇ ਖੀਰ ਦੇ ਵਿੱਚ ਐਵੇਂ ਜਿਹੜੀ ਖੰਡ ਤੇ ਘਿਓ ਦੇ ਨਾਲ ਸਪਤ ਪਰੋਸਗੇ ਸੰਗ ਉਮੰਗਾ। ਬੜੀ ਛੇਤੀ ਬੜੇ ਚਾਅ ਨਾਲ ਸਾਰਿਆਂ ਨੂੰ ਪਰੋਸ ਦਿੱਤਾ ਵੀ ਛੇਤੀ ਪਾ ਦਿੱਤਾ ਹੈ। ਸੂਖਮ ਓਦਨ ਬਰੇ ਪਕੌੜੇ। ਬੜੇ ਸੂਖਮ ਲੰਮੇ ਚੌਲ ਤੇ ਜਿਹੜੇ ਵੜੇ ਐ, ਬੜੇ ਤਰ੍ਹਾਂ ਦੇ ਪਕੌੜੇ ਹਨ। ਮਰਚ ਧਨੀਏ ਸੋ ਦਦ ਮਹਿਬੋਰੇ। ਇਵੇਂ ਦਹੀਂ ਜਿਹੜਾ ਹੈ ਮਿਰਚਾਂ ਧਨੀਆ ਨਾਲ ਬਣਾਇਆ ਹੋਇਆ ਹੈ। ਤੇ ਜਿਹੜੇ ਆ ਹੈਗੇ ਐ ਪਕੌੜੇ ਐ ਤੇ ਵੜੇ ਐ, ਉਹਦੇ ਵਿੱਚ ਐ ਚੰਗੀ ਤਰ੍ਹਾਂ ਦਹੀਂ 'ਚ ਡੁਬੋਏ ਐ। ਸੂਪ ਬਣੀ ਪਰ ਅਨੇਕ ਪ੍ਰਕਾਰਾ। ਰਸੋਈ ਇਸ ਤਰ੍ਹਾਂ ਬੜੇ ਪ੍ਰਕਾਰ ਨਾਲ ਹੀ ਬਣੀ ਹੋਈ, ਬੜੇ ਤਰ੍ਹਾਂ ਦੇ ਭੋਜਨ। ਖਾਨਪੁਰਾ ਹਰ ਨਾਮ ਉਚਾਰਾ। ਖਾਣ ਤੋਂ ਪਹਿਲਾਂ ਸਾਰੇ ਛਤਰੀ ਬ੍ਰਾਹਮਣ ਸੰਬੰਧੀਆਂ ਨੇ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ। ਸਭ ਨੇ ਨਾਮ ਜਪਿਆ ਪਹਿਲਾਂ ਕੁਝ ਸਮਾਂ। ਸਵਾਦ ਸੰਗ ਸਭ ਅਚਵਨ ਕੀਨੋ। ਬੜੇ ਸਵਾਦ ਦੇ ਨਾਲ ਹੀ ਸਾਰਿਆਂ ਨੇ ਉਹ ਭੋਜਨ ਛਕਣਾ ਕੀਤਾ। ਪੰਗਤਾਂ 'ਚ ਬੈਠੇ ਹੋਏ ਐ ਤੇ ਭੋਜਨ ਵੜੇ ਦਹੀਂ ਆਦਿਕ ਖਾ ਰਹੇ ਐ। ਪੁਨ ਪਨਵਾਰੇ ਕੀਨ ਚਬੀਨੋ। ਫਿਰ ਸਾਰਿਆਂ ਨੇ ਐਵੇਂ ਉਹ ਜਿਹੜਾ ਹੈ ਪਾਨਾਂ ਦੇ ਜਿਹੜੇ ਬੀੜੇ ਹੈ, ਕਿਉਂਕਿ ਛਤਰੀ ਲੋਕ ਖਾਂਦੇ ਸੀ ਤੇ ਬਾਬਾ ਕਲਿਆਣ ਚੰਦ ਜੀ ਤੇ ਹੁਣ ਸਾਰੇ ਸਨਾਤਨ ਮਤ ਨਾਲ ਸੰਬੰਧ ਰੱਖਦੇ ਹੈ,
ਉਹ ਜਿਹੜੇ ਪਾਣ ਵਾਲੇ ਬੀੜੇ ਉਹ ਕਈਆਂ ਨੇ ਚੱਬਣੇ ਕੀਤੇ। ਦੀਨ ਦਛਨਾ ਦਵਿਜ ਸਨਮਾਨੇ। ਬ੍ਰਾਹਮਣਾਂ ਨੂੰ ਐਵੇਂ ਚੰਗੀ ਤਰ੍ਹਾਂ ਸਨਮਾਨ ਕਰਕੇ ਦਛਣਾ ਦਿੱਤੀ ਮਾਇਆ ਬਹੁਤੀ। ਬਹੁਰ ਬਿਸਰਜਨ ਹੋਏ ਪਿਆਨੇ। ਬਹੁਰ ਵਿਸਰਜਨ ਹੋਏ ਪਿਆਨੇ। ਫਿਰ ਮੁੜ ਕੇ ਸਾਰਿਆਂ ਨੂੰ ਵਿਦਾ ਕੀਤਾ ਤੇ ਸਾਰੇ ਆ ਚਲੇ ਗਏ ਐ। ਦਵਿਜ ਹਰਦਿਆਲ ਚਹਤ ਸੋ ਪਾਵਾ। ਪੰਡਤ ਹਰਦਿਆਲ ਜਿਹੜਾ ਸੀ ਉਹ ਐਵੇਂ ਜੋ ਗਿਆਨ ਪਾਉਣਾ ਚਾਹੁੰਦਾ ਸੀ। ਨਾਮ ਲੱਗੀ ਲਿਵ ਪ੍ਰੇਮਹਿ ਪਛਾਵਾ। ਇਵੇਂ ਉਹਦੀ ਨਾਮ ਦੇ ਵਿੱਚ ਲਿਵ ਲੱਗ ਗਈ ਹੈ, ਵਾਹਿਗੁਰੂ ਦਾ ਪ੍ਰੇਮ ਵਿੱਚ ਛਾ ਗਿਆ ਹੈ। ਜੋ ਉਹਦੀ ਇੱਛਾ ਸੀ ਨਾ ਉਹ ਅੱਜ ਗੁਰੂ ਨੇ ਪੂਰੀ ਕਰ ਦਿੱਤੀ। ਜਗਿਓ ਪਵੀਤ ਪਾਵਨੀ ਗਾਥਾ। ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿੰਦੇ ਹੈ, ਸੱਚੇ ਪਾਤਸ਼ਾਹ ਜੀ ਜਿਹੜੀ ਜਨੇਊ ਦੀ ਪਾਵਨ ਪਵਿੱਤਰ ਕਥਾ ਹੈ। ਸੁਨਹਿ ਸੁਨਾਵਹਿ ਜੋ ਹਿਤ ਸਾਥਾ। ਜਿਹੜਾ ਕੋਈ ਭਗਤਾ ਬਣ ਕੇ ਇਵੇਂ ਸੁਣਾਵੇਗਾ ਤੇ ਗੁਰੂ ਕਾ ਸਿੱਖ ਸਰੋਤਾ ਬਣ ਕੇ ਬੜੇ ਪ੍ਰੇਮ ਦੇ ਨਾਲ ਇਹ ਜਿਹੜੀ ਕਥਾ ਸੁਣੇਗਾ। ਭਗਨ ਜਨੂ ਕੋ ਦੋਖ ਨ ਲੱਗਹਿ। ਉਹ ਕਦੇ ਜਿਹੜਾ ਸੁਣੂਗਾ ਜੇ ਜਨਊ ਜਾਂ ਤੋੜ ਕੇ ਉਹ ਸੁੱਟ ਕੇ ਪਰੇ ਮਾਰੇਗਾ ਨਾ ਉਹਨੂੰ ਇਸ ਦਾ ਦੋਸ਼ ਨਹੀਂ ਲੱਗੇਗਾ। ਕੌਣ ਸ਼੍ਰੀ ਗੁਰ ਕੇ ਪਗ ਅਨੁਰਾਗ ਹੈ। ਉਹ ਤੇ ਸਗੋਂ ਜਨੇਊ ਤੋੜ ਕੇ ਉਹ ਤੇ ਐਸਾ ਮਹਾਨ ਹੋ ਜਾਊਗਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਪਿਆਰਾ ਹੋ ਜੂ। ਗੁਰੂ ਦੇ ਪ੍ਰੇਮਾਂ ਨਾਲ ਚਰਨਾਂ ਨਾਲ ਪ੍ਰੇਮ ਕਰਨ ਲੱਗ ਜੂਗਾ। ਦੋਹਰਾ ਗਿਆਤੀ ਛਤਰੀ ਅਪਰਜੇ। ਇਸ ਤਰ੍ਹਾਂ ਜਿਹੜੇ ਸਕੇ ਸਰਬੰਧੀ ਛਤਰੀ ਹੈ ਤੇ ਜਿਹੜੇ ਹੋਰ ਰਿਸ਼ਤੇਦਾਰ ਸੱਦੇ ਹੋਰ। ਵਿਪਰ ਜੇ ਪ੍ਰੋਦਾ ਸਾਥ। ਜਿਹੜੇ ਪੰਡਤ ਹਰਦਿਆਲ ਦੇ ਨਾਲ ਹੀ ਹੋਰ ਬ੍ਰਾਹਮਣ ਆਏ ਸੀ। ਉਸਤਤ ਉਚਰਤ ਸਦਨਗੇ। ਗੁਰੂ ਜੀ ਦੀ ਮਹਿਮਾ ਕਰਦੇ ਵੀ ਧੰਨ ਹੈ ਗੁਰੂ ਨਾਨਕ ਸਾਹਿਬ, ਐਸੀ ਉਮਰ ਵਿੱਚ ਐਸਾ ਗਿਆਨ, ਇਹਨਾਂ ਵਰਗਾ ਕਿਹੜਾ ਹੋ ਸਕਦਾ ਹੈ। ਐਵੇਂ ਕਹਿੰਦੇ ਕਹਿੰਦੇ ਘਰਾਂ ਨੂੰ ਜਾ ਰਹੇ ਐ। ਜੋ ਗੁਰ ਦੀਨਾਨਾਥ। ਜੋ ਗਰੀਬਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ ਉਹਨਾਂ ਦੀ ਵਡਿਆਈ ਕਰਦੇ ਕਰਦੇ ਸਾਰੇ ਜਿਹੜੇ ਭੋਜਨ ਛਕਦੇ ਦਛਣਾ ਲੈ ਕੇ ਕਰਦੇ ਜਾ ਰਹੇ ਵਡਿਆਈ ਗੁਰੂ ਸਾਹਿਬ ਜੀ ਦੀ। ਇਵੇਂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਵਡਿਆਈ ਕਰਦੇ ਘਰਾਂ ਨੂੰ ਜਾ ਰਹੇ, ਜੈ ਜੈਕਾਰਾਂ ਕਰਦੇ ਜਾ ਰਹੇ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਬ੍ਰਹਮ ਸੂਤਰ ਪਾਵਨ ਪ੍ਰਸੰਗ ਬਰਨੰ ਨਾਮ ਨਵਮੋ ਧਿਆਏ। ਇੱਥੇ ਜਿਹੜਾ 9ਵਾਂ ਅਧਿਆਇ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਹਿੱਸੇ ਦਾ ਪਹਿਲੇ ਭਾਗ ਦਾ ਅੱਧਾ ਹਿੱਸਾ, ਜਿਹਦੇ ਵਿੱਚ ਬ੍ਰਹਮ ਸੂਤਰ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਦੀ ਰਸਮ ਬਾਬਾ ਕਲਿਆਣ ਚੰਦ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਕਹਿ ਕੇ ਕਰਵਾਈ। ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਉਪਦੇਸ਼ ਕਰਕੇ ਨਿਹਾਲ ਕੀਤਾ। ਉਹਨਾਂ ਦੇ ਰਾਹੀਂ ਸਾਨੂੰ ਨਿਹਾਲ ਕੀਤਾ, ਸਾਨੂੰ ਹੀ ਉਪਦੇਸ਼ ਕੀਤਾ। ਇੱਥੇ ਉਹ ਪ੍ਰਸੰਗ ਦੀ ਸਾਧ ਸੰਗਤ ਦੀ ਸਮਾਪਤੀ ਹੋ ਗਈ ਹੈ। ਅੱਗੇ ਸਤਿਗੁਰੂ ਜੀ ਦੀ ਜਿਵੇਂ ਕਥਾ ਹੋਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਹੈ, ਬਖਸ਼ ਲੈਣਾ ਜੀ। ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮਹਾਨ ਪਾਵਨ ਪਵਿੱਤਰ ਕਥਾ ਹੈ ਸਾਧ ਸੰਗਤ ਜੀ ਦੇ ਲੜੀਵਾਰ ਰੂਪ ਵਿੱਚ ਚੱਲਦੀ ਹੋਣ ਕਰਕੇ ਆਪਾਂ ਕਰ ਰਹੇ ਹਾਂ। ਬਾਕੀ ਕੋਈ ਇਹ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੈ ਅਤੇ ਨਾ ਹੀ ਕਿਸੇ ਦੇ ਨਾਲ ਵਧੀਕੀ ਕਰਕੇ ਕਥਾ ਕਰ ਰਹੇ ਹਾਂ। ਇਹ ਤਾਂ ਜਿਵੇਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੋ ਹੋਣਾ ਹੈ ਉਹ ਗੁਰੂ ਜੀ ਨੇ ਆਪ ਹੀ ਸਮੇਟਣਾ ਹੈ। ਗੁਰੂ ਜੀ ਨੇ ਹੀ ਸਾਨੂੰ ਠੀਕ ਕਰਨਾ ਹੈ, ਉਹਦੀ ਕਿਰਪਾ ਨਾਲ ਅਸੀਂ ਠੀਕ ਹੋਣਾ ਹੈ। ਆਪਣੀ ਰਕਸ਼ਾ ਅਸੀਂ ਕਦੀ ਨਹੀਂ ਕਰ ਸਕਦੇ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਜਿਹਦਾ ਮਾਰੇ ਤੂੰ ਰਖਵਾਲਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ ਹੈ। ਬਾਕੀ ਅਸੀਂ ਆਪਣੀ ਮਰਜ਼ੀ ਨਾਲ ਜੇ ਬਚਾ ਚਾਹੀਦੇ ਕੋਈ ਬਚਾ ਨਹੀਂ ਹੈ, ਗੁਰੂ ਮਿਹਰ ਕਰ ਸਕਦੇ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲਈਏ, ਜਿਸ ਕਰਕੇ ਸਾਡਾ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਹੋ ਸਕਦਾ। ਹੁਣ ਸਮਾਪਤੀ ਹੈ। ਗਿਆਤੀ ਛਤਰੀ ਅਪਰਜੇ
ਵਿਪਰ ਜੇ ਪ੍ਰੋਦਾ ਸਾਥ ਉਸਤਤ ਉਚਰਤ ਸਦਨਗੇ ਜੋ ਗੁਰ ਦੀਨਾਨਾਥ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਬ੍ਰਹਮ ਸੂਤਰ ਪਾਵਨ ਪ੍ਰਸੰਗ ਵਰਨਨ ਨਾਮ ਨਵਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ